चढ़ती कला टाइम टीवी। सत श्री अकाल दोस्तों, मैं दर्शन सिंह दर्शक चर्चा प्रोग्राम लैके हाजिर हाँ। 18 जुलाई ਨੂੰ ਦਿੱਲੀ ਵਿਖੇ ਕੌਮੀ ਜਮਹੂਰੀ ਗੱਠਜੋੜ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਕਾਲੀ ਦਲ ਬਾਦਲ ਸ਼ਾਮਲ ਨਹੀਂ ਹੋਏ, ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਅਕਾਲੀ ਦਲ ਯੂਨਾਈਟਿਡ ਜਿਹਦੀ ਅਗਵਾਈ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਨੇ, ਉਹ ਉਚੇਚੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ। ਜਦੋਂ ਮੀਟਿੰਗ ਚੱਲ ਰਹੀ ਸੀ, ਸੰਬੋਧਨ ਕਰ ਰਹੇ ਸੀਗੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ। ਸਿਰਫ ਯਾਦ ਹੀ ਨਹੀਂ ਕੀਤਾ, ਨਾਲ ਨਾਲ ਇਹ ਵੀ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਵਾਰਸ ਨੇ। ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਨੇਤਾ ਇਹ ਨਹੀਂ ਮੰਨਦੇ ਕਿ ਢੀਂਡਸਾ ਸਾਹਿਬ ਸਰਦਾਰ ਬਾਦਲ ਦੇ ਵਾਰਸ ਨੇ। ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਾਰਸ ਨੇ। ਹੁਣ ਦੇਖਣਾ ਇਹ ਹੋਊਗਾ ਕਿ ਖੂਨ ਦੇ ਰਿਸ਼ਤੇ ਕਾਰਨ ਵਾਰਸ ਬਣਦਾ ਹੈ ਕਿ ਜਾਂ ਜਿਹੜਾ ਵਿਅਕਤੀ ਪਾਰਟੀ ਦੀਆਂ ਲੀਹਾਂ ਤੇ ਚੱਲਦਾ ਹੈ, ਪਾਰਟੀ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦਾ ਹੈ ਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੁਰਦਾ ਹੈ, ਉਹ ਅਸਲ 'ਚ ਵਾਰਸ ਹੁੰਦਾ ਹੈ। ਇਸ ਮਸਲੇ ਦੇ ਉੱਤੇ, ਇਸ ਸਾਰੀ ਗੱਲਬਾਤ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਚਰਚਾ ਕਰਨ ਦੇ ਲਈ ਸਾਡੇ ਵਿੱਚ ਸਿਆਸੀ ਮਾਹਿਰ, ਸਿੱਖ ਵਿਦਵਾਨ ਪ੍ਰੋਫੈਸਰ ਕੇਰ ਸਿੰਘ ਮੌਜੂਦ ਨੇ। ਇਸੇ ਤਰੀਕੇ ਦੇ ਨਾਲ ਸਿੱਖ ਚਿੰਤਕ, ਨਿਰਪੱਖ ਟਿੱਪਣੀਕਾਰ ਉਪਜੀਤ ਸਿੰਘ ਬਰਾੜ ਮੌਜੂਦ ਨੇ। ਅਕਾਲੀ ਦਲ ਢੀਂਡਸਾ ਵੱਲੋਂ ਅਮਰਿੰਦਰ ਸਿੰਘ ਜੀ ਮੌਜੂਦ ਨੇ। ਅਕਾਲੀ ਦਲ ਬਾਦਲ ਵੱਲੋਂ ਐਡਵੋਕੇਟ KS ਮਠਾੜੂ ਸ਼ਾਮਲ ਨੇ। ਸਭ ਦਾ ਸਵਾਗਤ ਹੈ। ਪ੍ਰੋਫੈਸਰ ਸਾਹਿਬ, ਜੋ ਮੋਦੀ ਸਾਹਿਬ ਨੇ ਬਿਆਨ ਦਿੱਤਾ ਉਹ ਇੱਕ ਬਿਆਨ ਹੈ ਜਾਂ ਤੁਸੀਂ ਕੀ ਸਮਝਦੇ ਹੋ ਕਿ ਅਸਲ ਵਾਰਿਸ ਕੌਣ ਹੈ? ਦਰਸ਼ਕ ਜੀ, ਤੁਹਾਡਾ ਜਿਹੜਾ ਪ੍ਰਸ਼ਨ ਹੈ ਉਹਦਾ ਉੱਤਰ ਤੁਸੀਂ ਖੁਦ ਹੀ ਦੇ ਦਿੱਤਾ ਹੋਇਆ। ਜਦੋਂ ਆਪਾਂ ਪਾਰਟੀਆਂ ਦੇ ਵਾਰਸਾਂ ਦਾ ਫੈਸਲਾ ਕਰਨ ਦਾ ਅਧਿਕਾਰ ਕਿਸੇ ਹੋਰ ਸਿਆਸੀ ਜਮਾਤ ਦੇ ਲੀਡਰ ਨੂੰ ਦੇ ਦਿੰਦੇ ਆ ਤੇ ਇਹ ਤੋਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਭਲਾ ਕਿੰਨਾ ਸੱਚ ਹੋ ਸਕਦਾ ਹੈ ਬਿਆਨ, ਜਾਂ ਸੱਚ ਦੇ ਨੇੜੇ ਕਿੰਨਾ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਕੌਣ ਵਾਰਿਸ ਹੈ, ਬਾਦਲ ਸਾਹਿਬ ਦਾ ਕੌਣ ਵਾਰਿਸ ਹੈ, ਜੇ ਤਾਂ ਇਹਦਾ ਫੈਸਲਾ ਮੋਦੀ ਸਾਹਿਬ ਨੇ ਕਰਨਾ ਤੇ ਉਹ ਤੇ ਕਰ ਹੀ ਚੁੱਕੇ ਆ, ਫਿਰ ਆਪਾਂ ਨੂੰ ਮੰਨ ਲੈਣਾ ਚਾਹੀਦਾ, ਫਿਰ ਤਾਂ ਰੌਲਾ ਹੀ ਨਹੀਂ ਹੈ ਕੋਈ। ਪਰ ਕਿਸੇ ਵੀ ਜਮਾਤ ਦਾ ਲੀਡਰ ਕੌਣ ਹੈ ਜਾਂ ਉਹਦਾ ਵਾਰਿਸ ਕੌਣ ਹੈ, ਉਹਦੇ ਕੁਝ ਪੈਮਾਨੇ ਹੁੰਦੇ ਹੈ, ਕੁਝ ਆਧਾਰ ਹੁੰਦੇ ਆ ਜਿਹਦੇ ਆਧਾਰ ਤੇ ਤੁਸੀਂ ਉਹਦੇ ਬਾਰੇ ਕੁਝ ਟਿੱਪਣੀ ਕਰ ਸਕਦੇ ਹੋ ਜਾਂ ਉਹਦੇ ਬਾਰੇ ਕੁਝ ਨਿਰਣਾ ਦੇ ਸਕਦੇ ਹੋ। ਸਿਆਸੀ ਜਮਾਤਾਂ ਦੇ ਲੀਡਰਾਂ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਿਸ ਬਾਰੇ ਗੱਲ ਕਰਾਂਗੇ ਤੇ ਉਹਦੇ ਸਾਹਮਣੇ ਕੁਝ ਗੱਲਾਂ ਪ੍ਰਤੱਖ ਸਾਨੂੰ ਨਜ਼ਰ ਆ ਰਹੀਆਂ ਹੋਈਆਂ। ਪਹਿਲੀ ਗੱਲ ਤੇ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਸ ਵੇਲੇ ਢਾਂਚਾ ਹੈ, ਜਿਸ ਨੂੰ ਆਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਜਾਂਦਾ ਹੈ, ਉਹਦਾ ਕਾਡਰ ਜਿਹੜਾ ਹੈ ਉਹ ਵੱਡੀ ਗਿਣਤੀ ਵਿੱਚ ਅਜੇ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕਾਰਜ ਕਰ ਰਿਹਾ ਹੋਇਆ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਆਪਣਾ ਪ੍ਰਧਾਨ ਮੰਨਦਾ ਹੈ। ਸੋ ਜੇ ਤੇ ਪਾਰਟੀ ਦੇ ਕਾਡਰ ਜਿਹੜਾ ਹੈ, ਯਾਨੀ ਕਿ ਉਹਨਾਂ ਦੀ ਜਥੇਬੰਦੀ ਦੇ ਜੋ ਮੈਂਬਰ ਸਹਿਬਾਨ ਹਨ, ਉਹਨਾਂ ਦੀ ਰਾਏ ਨੂੰ ਧਿਆਨ ਵਿੱਚ ਰੱਖਿਆ ਜਾਏ ਤਾਂ ਫਿਰ ਇਹ ਮੋਦੀ ਸਾਹਿਬ ਦਾ ਬਿਆਨ ਇਹ ਬੇਮਾਨੀ ਲੱਗਦਾ ਹੈ। ਇਹ ਸੱਚ ਤੋਂ ਕੋਹਾਂ ਦੂਰ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਔਰ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਅਜੇ ਤੱਕ ਉਹ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਲੀਡਰ ਮੰਨਦੀ ਹੈ। ਦੂਸਰਾ ਆਧਾਰ ਇਹ ਹੈ ਕਿ
ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਤੁਹਾਡੀ ਕਾਰਗੁਜ਼ਾਰੀ ਰਹਿੰਦੀ ਹੈ, ਵੋਟ ਪਰਸੈਂਟੇਜ ਕੀ ਰਹਿੰਦੀ ਹੈ, ਉਹਨੂੰ ਆਧਾਰ ਮੰਨ ਕੇ ਜੇ ਦੇਖਿਆ ਜਾਏ ਤੇ ਸਰਦਾਰ ਢੀਂਡਸਾ ਜਦੋਂ ਅਲੱਗ ਹੋਏ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰਾ ਉਹਨਾਂ ਨੇ ਯੂਨਾਈਟਿਡ ਅਕਾਲੀ ਦਲ ਬਣਾਇਆ ਹੈ ਤੇ ਉਹਨਾਂ ਦੀ ਕਾਰਗੁਜ਼ਾਰੀ ਕੋਈ ਇੰਨੀ ਆਪਾਂ ਕਹੀਏ ਕਿ ਚੋਣਾਂ ਹੀ ਜਿਹੜੀ ਇੱਕ ਹੀ ਆਈ ਹੈ ਉਹ ਲੋਕ ਸਭਾ ਦੀ ਸੰਗਰੂਰ ਦੀ, ਜਿਹਦੇ ਵਿੱਚ ਉਹਨਾਂ ਨੇ ਆਪਣਾ ਕੁਝ ਨਾ ਕੁਝ ਦਿਖਾਉਣਾ ਸੀਗਾ ਕਿ ਉਹਨਾਂ ਦਾ ਰੋਲ ਕੀ ਹੋ ਸਕਦਾ ਹੈ ਤੇ ਉਥੋਂ ਹੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਹੋਮ ਕਨਸਟੀਚੁਐਂਸੀ ਹੈ ਔਰ ਉਥੋਂ ਮਾਨ ਸਾਹਿਬ ਜਿੱਤ ਗਏ ਸੀਗੇ। ਉਹਨਾਂ ਦੀ ਆਪਣੀ ਕਨਸਟੀਚੁਐਂਸੀ ਸੰਗਰੂਰ ਦੀ ਜਿਹੜੀ ਹੈਗੀ ਹੈ, ਉੱਥੇ ਇਹ ਵੀ ਫੈਕਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੈਂਡੀਡੇਟ ਉਹ ਸਭ ਤੋਂ ਪਿੱਛੇ ਰਿਹਾ ਸੀ ਤੇ ਬਾਦਲ ਦਲ ਦੀ ਵੀ ਕਾਰਗੁਜ਼ਾਰੀ ਉੱਥੇ ਕੋਈ ਤਸੱਲੀ ਬਖਸ਼ ਨਹੀਂ ਕਹੀ ਜਾ ਸਕਦੀ। ਪਰ ਜੇ ਦੇਖਿਆ ਜਾਏ ਕਿ ਉੱਥੇ ਸੰਗਰੂਰ ਵਿੱਚ ਢੀਂਡਸਾ ਸਾਹਿਬ ਦੇ ਯੂਨਾਈਟਿਡ ਅਕਾਲੀ ਦਲ ਦੀ ਕਾਰਗੁਜ਼ਾਰੀ ਕੀ ਹੈ ਤੇ ਉਹ ਨੈਗੇਟਿਵ ਸੀ, ਉਹਨਾਂ ਦਾ ਆਪਣਾ ਪੋਜ਼ਿਟਿਵ ਕੋਈ ਰੋਲ ਨਹੀਂ ਸੀਗਾ। ਇੱਦਾਂ ਉਦੋਂ ਬਾਅਦ ਆਪਾਂ ਨੂੰ ਲੋਕ ਸਭਾ ਦੀ ਇਲੈਕਸ਼ਨ ਜਲੰਧਰ ਦੇ ਵਿੱਚ ਹੋਈ ਹੈ। ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਜਿਹੜੀ ਹੈ ਉਹ ਤੀਸਰੇ ਸਥਾਨ ਤੇ ਰਹੀ ਹੈ। ਉੱਥੇ ਢੀਂਡਸਾ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਜਿਹੜਾ ਹੈ ਆਪਾਂ ਨੂੰ ਪਤਾ ਹੈ ਕਿ ਉਹ ਬੀਜੇਪੀ ਦੇ ਹੱਕ ਵਿੱਚ ਉਹਨਾਂ ਦੇ ਬਿਆਨ ਆਉਂਦੇ ਰਹੇ ਔਰ ਬੀਬੀ ਜਿਹੜੇ ਆਪਣੇ ਪ੍ਰਧਾਨ ਸਨ ਜਗੀਰ ਕੌਰ ਹੋਣੀ, ਉਹਨਾਂ ਨੇ ਓਪਨਲੀ ਉੱਥੇ ਉਹਨਾਂ ਦੇ ਹੱਕ ਵਿੱਚ ਕੰਪੇਨ ਵੀ ਕੀਤਾ ਔਰ ਇਹਦੇ ਬਾਵਜੂਦ ਉਹਨਾਂ ਨੇ ਕੋਈ ਵੱਡਾ ਉਹਨਾਂ ਦਾ ਪ੍ਰਭਾਵ ਉੱਥੇ ਨਹੀਂ ਛੱਡਿਆ। ਤੀਸਰੀ ਗੱਲ ਹੁੰਦੀ ਹੈ ਕਿ ਆਈਡੀਓਲੋਜੀਕਲੀ ਵਿਚਾਰਧਾਰਕ ਪੱਧਰ ਤੇ ਕਿਹੋ ਜੀ ਕੋਈ ਗੱਲ ਕਹੀ ਜਾਂਦੀ ਹੈ। ਕਿਹਾ ਜਾਏ ਕਿ ਸ਼੍ਰੋਮਣੀ ਅਕਾਲੀ ਦਲ ਜੋ ਬਾਦਲ ਸਾਹਿਬ ਲੀਡ ਕਰਦੇ ਸੀ, ਹੁਣ ਉਹ ਵਿਚਾਰਧਾਰਾ ਦਾ ਵਾਰਿਸ ਕੌਣ ਹੈ ਤੇ ਉਸ ਵਿਚਾਰਧਾਰਾ ਦੀ ਜਿਹੜੀ ਹੈ ਨਿਸ਼ਾਨਦੇਹੀ ਕੌਣ ਕਰ ਰਿਹਾ, ਉਹਦੀ ਆਪਾਂ ਕਹੋ ਕਿ ਉਹਦਾ ਬੁਲਾਰਾ ਕੌਣ ਹੈ, ਉਹਦੀ ਵਜ਼ਾਹਤ ਕੌਣ ਕਰ ਰਿਹਾ ਜਾਂ ਉੱਤੇ ਪਹਿਰਾ ਕੌਣ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਇਆ। ਸੋ ਉਹ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰਸ਼ਿਪ ਬਾਦਲ ਸਾਹਿਬ ਵੇਲੇ ਸੀਗੀ ਇੱਕ ਪਰਿਵਾਰ ਤੱਕ ਸੀਮਿਤ ਸੀ, ਉਹੀ ਹੁਣ ਹੈਗੀ ਹੈ ਤੇ ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਖ ਹੋਏ ਲੀਡਰ ਵੀ ਹਨ ਉਹ ਵੀ ਪਰਿਵਾਰਵਾਦ ਦੀ ਤੋਂ ਮੁਕਤ ਨਹੀਂ ਹਨ। ਜੇ ਆਪਾਂ ਕਹੀਏ ਕਿ ਸੁਖਬੀਰ ਸਿੰਘ ਬਾਦਲ ਤੇ ਇਹ ਦੂਸ਼ਣ ਲੱਗ ਸਕਦਾ ਹੈ ਕਿ ਉਹਨਾਂ ਨੇ ਸਭ ਕੁਝ ਹੀ ਪਾਰਟੀ ਨੂੰ ਆਪਣੀ ਜੇਬ ਵਿੱਚ ਪਾ ਲਿਆ ਹੋਇਆ ਪਰਿਵਾਰਵਾਦ ਹੈ, ਤਾਂ ਫਿਰ ਇਹ ਗੱਲ ਮੈਨੂੰ ਲੱਗਦਾ ਹੈ ਕਿ ਆਪਾਂ ਢੀਂਡਸਾ ਸਾਹਿਬ ਤੇ ਕਿਉਂ ਨਹੀਂ ਲਾਗੂ ਕਰ ਸਕਦੇ ਜਾਂ ਦੂਸਰੇ ਲੀਡਰ ਤੇ ਕਿਉਂ ਨਹੀਂ ਲਾਗੂ ਕਰ ਸਕਦੇ। ਕਿਹੜੀ ਉਹ ਗੱਲ ਹੈ ਜਿਹੜੀ ਢੀਂਡਸਾ ਸਾਹਿਬ ਅਕਾਲੀ ਦਲ ਬਾਦਲ ਦੇ ਲੀਡਰਸ਼ਿਪ ਤੋਂ ਵੱਖਰੀ ਕਰ ਰਹੇ ਹੋਏ ਆ? ਉਹ ਸਿਰਫ ਤੇ ਸਿਰਫ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਨਾ ਚਾਹੀਦਾ ਹੈ। ਧਾਰਮਿਕ ਖੇਤਰ ਵਿੱਚ ਰਾਜਨੀਤਿਕ ਲੀਡਰਸ਼ਿਪ ਨੂੰ ਸਿੱਧੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਸਿਰਫ ਤੇ ਸਿਰਫ ਇੱਕ ਇਹ ਗੱਲ ਜਿਹੜੀ ਹੈ, ਇਹ ਮੈਨੂੰ ਲੱਗਦਾ ਹੈ ਕਿ ਇਹ ਨਵੀਂ ਉਹ ਕਰ ਰਹੇ ਹੋਏ ਔਰ ਇਹ ਮੈਂ ਸਮਝਦਾ ਕਿ ਸਾਰੇ ਹੀ ਸਿੱਖ ਬੁੱਧੀਜੀਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਆ। ਪਰ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਾਰਿਸ ਹੋਣ ਦੀ ਗੱਲ ਨਹੀਂ ਹੈ। ਇਹ ਆਪਣੀ ਸਿਆਸੀ ਧਰਾਤਲ ਖੋਜਣ ਦੀ ਲੋੜ ਹਰ ਪਾਰਟੀ ਦੇ ਲੀਡਰ ਦੀ ਹੈਗੀ ਹੈ। ਆਪਣੀ ਸਿਆਸੀ ਧਰਾਤਲ ਨੂੰ ਖੋਜਣ ਵਾਸਤੇ ਹੀ ਦਲੀਲ ਕੱਢੀ ਜਾ ਰਹੀ ਹੈ। ਪਰ ਕੋਈ ਜੇ ਕਿਹਾ ਜਾਏ ਇਹ ਕਿ ਕੋਈ ਨਵੀਂ ਗੱਲ ਹਟਵੀਂ ਕੀਤੀ ਜਾ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ। ਸੋ ਵਾਰਿਸ ਵਾਲੀ ਗੱਲ ਮੁੱਢਲੇ ਤੌਰ ਤੇ ਹੀ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਜੇ ਇਹਦਾ ਫੈਸਲਾ ਮੋਦੀ ਸਾਹਿਬ ਨੇ ਕਰਨਾ ਤੇ ਇਦੋਂ ਵੱਡੀ ਗੱਲ ਢੀਂਡਸਾ ਸਾਹਿਬ ਦੇ ਖਿਲਾਫ ਹੋ ਹੀ ਨਹੀਂ ਸਕਦੀ ਕਿ ਬੀਜੇਪੀ ਵਾਲੀ ਫੈਸਲਾ ਕਰਨਗੇ ਕਿ ਅਕਾਲੀ ਦਲ ਦਾ ਲੀਡਰ ਅਸਲ ਕੌਣ ਹੈ ਤੇ ਵਾਰਿਸ ਕੌਣ ਹੈ। ਤੇ ਜੇ ਬੀਜੇਪੀ ਨੇ ਫੈਸਲਾ ਕਰਨਾ ਹੈ ਤੇ ਇਹ ਤੇ ਬਿਲਕੁਲ ਸਿੱਧਾ ਇਸ ਗੱਲ ਦਾ ਸੂਚਕ ਬਣ ਜਾਂਦਾ ਹੈ ਕਿ ਢੀਂਡਸਾ ਸਾਹਿਬ
ਤੁਸੀਂ ਬੜੇ ਵਿਸਤਾਰਪੂਰਵਕ ਇਹ ਸਾਰੀ ਗੱਲਬਾਤ ਦੱਸੀ ਹੈ ਕਿ ਅਸਲ ਵਾਰਿਸ ਕੌਣ ਹੋ ਸਕਦਾ ਹੈ, ਸਿਧਾਂਤਕ ਤੌਰ ਤੇ ਕੌਣ ਹੋ ਸਕਦਾ ਹੈ, ਜਾਂ ਸਿਆਸੀ ਤੌਰ ਤੇ ਜਿਸ ਕੋਲ ਜ਼ਮੀਨ ਹੈ, ਜਿਸ ਦੇ ਕੋਲ ਕੈਡਰ ਹੈ, ਉਹੀ ਹੀ ਇੱਕ ਸਿਆਸੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਵਾਰਸ ਹੋ ਸਕਦਾ ਹੈ। ਇਸ ਸਮੇਂ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ, ਲੈਂਦੇ ਹਾਂ ਇੱਕ ਬ੍ਰੇਕ। चर्चा चर्चा ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਢੀਂਡਸਾ ਗਰੁੱਪ ਦੇ ਵੱਲੋਂ ਸਾਡੇ ਵਿੱਚ ਅਮਰਿੰਦਰ ਸਿੰਘ ਜੀ ਹਾਜ਼ਰ ਨੇ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਨੇ ਤੇ ਇਸ ਸਮੇਂ ਉਹ ਢੀਂਡਸਾ ਗਰੁੱਪ ਦੇ ਵਿੱਚ ਇੱਕ ਅਹਿਮ ਸਥਾਨ ਵੀ ਰੱਖਦੇ ਨੇ। ਅਮਰਿੰਦਰ ਸਿੰਘ ਜੀ, ਤੁਸੀਂ ਡਾਕਟਰ ਕੇ ਸਿੰਘ ਉਹਨਾਂ ਦੀ ਗੱਲ ਸੁਣੀ ਹੈ ਤੇ ਉਹਨਾਂ ਨੇ ਵਿਸਤਾਰਪੂਰਵਕ ਇਹ ਸਾਰੀ ਗੱਲ ਦੱਸੀ ਹੈ ਕਿ ਅਸਲ ਦੇ ਵਿੱਚ ਢੀਂਡਸਾ ਗਰੁੱਪ ਇਸ ਸਮੇਂ ਕਿੱਥੇ ਖੜਾ ਹੈ ਤੇ ਬਾਦਲ ਗਰੁੱਪ ਕਿੱਥੇ ਖੜਾ ਹੈ। ਤੁਸੀਂ ਕਿਸ ਤਰੀਕੇ ਨਾਲ ਮਹਿਸੂਸ ਕਰਦੇ ਹੋ, ਜਿਵੇਂ ਮੋਦੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਢੀਂਡਸਾ ਸਾਹਿਬ ਹੀ ਅਸਲ ਵਾਰਸ ਨੇ? ਦੇਖੋ ਦਰਸ਼ਕ ਜੀ, ਜਿਹੜੀ ਗੱਲ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਗੱਲ ਬਿਲਕੁਲ ਮੈਂ ਉਹਦੇ ਨਾਲ ਮਤਲਬ ਪ੍ਰੋੜਤਾ ਕਰਦਾ ਉਸ ਗੱਲ ਦੀ, ਪਰ ਥੋੜੇ ਜਿਹੇ ਵਿੱਚ ਡਿਸਕ੍ਰਿਪੈਂਸੀਜ਼ ਵਿੱਚ ਹੈਗੀ ਹੈ। ਇੱਕ ਤਾਂ ਦੇਖੋ ਜਿਹੜੀ ਮੇਰੀ ਸਹਿਮਤੀ ਵਾਲੇ ਪੁਆਇੰਟਸ ਹੈਗੇ ਆ, ਉਹ ਪਹਿਲਾਂ ਮੈਂ ਉਹ ਗੱਲ ਕਰਦਾ ਕਿ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾਰਸ ਹੈ ਉਹ ਪੰਥ ਹੈ, ਇਹਦੇ 'ਚ ਕੋਈ ਦੋਰਾਵਾ ਨਹੀਂ ਹੈ ਤੇ ਪੰਥ ਡਿਸਾਈਡ ਕਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੌਣ ਲੀਡ ਕਰੇਗਾ। ਜੇਕਰ ਅਸੀਂ ਅੱਜ ਦੇ ਹਾਲਾਤਾਂ 'ਚ ਦੇਖਦੇ ਹਾਂ ਤੇ ਬਾਦਲ ਫੈਮਿਲੀ ਨੂੰ ਉਹਨਾਂ ਨੇ ਨਕਾਰਤਾ ਪੰਥ ਨੇ, ਤੇ ਇਸੇ ਵਜ੍ਹਾ ਕਰਕੇ ਇਹ ਇਸ਼ੂ ਅੱਜ ਡਿਸਕਸ ਹੋ ਰਿਹਾ ਕਿ ਵੀ ਨੈਕਸਟ ਕੌਣ ਹੋ ਸਕਦਾ ਬੰਦਾ। ਜੇ ਪੰਥ ਬਾਦਲ ਫੈਮਿਲੀ ਦੇ ਨਾਲ ਖੜਾ ਹੁੰਦਾ ਤੇ ਉਹਨਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੁੰਦੀ, ਉਹ ਸਾਨੂੰ ਦਿਖਣ ਨੂੰ ਪ੍ਰੈਕਟੀਕਲੀ ਦਿਖ ਰਿਹਾ ਕਿ ਪੋਲੀਟੀਕਲ ਪਾਵਰ ਉਹਨਾਂ ਕੋਲ ਨਹੀਂ ਹੈ। ਸੋ ਉਸ ਸਪੇਸ ਨੂੰ ਭਰਨ ਲਈ ਕੌਣ ਬੰਦਾ ਅੱਗੇ ਆ ਸਕਦਾ, ਕਿਹਦੇ ਦਾ ਇੰਨਾ ਸਟੇਚਰ ਹੈ, ਇਸ ਦੀ ਗੱਲ ਹੈ। ਤੇ ਜਿਹੜੀ ਗੱਲ ਵਾਰਸ ਦੀ ਕੀਤੀ ਹੈ, ਮੋਦੀ ਸਾਹਿਬ ਨੇ ਕੀਤੀ ਹੈ, ਕੋਈ ਢੀਂਡਸਾ ਸਾਹਿਬ ਨੇ ਆਪ ਤਾਂ ਕਿਹਾ ਨਹੀਂ ਕਿ ਮੈਂ ਵਾਰਸ ਹਾਂ ਪ੍ਰਕਾਸ਼ ਸਿੰਘ ਬਾਦਲ ਦਾ। ਉਹ ਮੋਦੀ ਸਾਹਿਬ ਨੇ ਕਿਹੜੇ ਸੰਦਰਭ 'ਚ ਗੱਲ ਕੀਤੀ ਆ, ਉਹਨਾਂ ਦਾ ਕੀ ਵਿਜ਼ਨ ਹੈ, ਉਹ ਕੀ ਐਂਟੀਸਪੇਟ ਕਰ ਰਹੇ ਆ, ਕਿੱਥੇ ਰੱਖਣਾ ਚਾਹੁੰਦੇ ਆ ਉਹ ਪੰਜਾਬ ਦੇ ਵਿੱਚ ਨਵਾਂ ਹੀ ਕੋਈ ਐਸੀ ਜਥੇਬੰਦੀ ਨੂੰ ਮਤਲਬ ਥਾਪੜਾ ਦੇਣਾ ਚਾਹੁੰਦੀ ਹੈ ਭਾਰਤ ਸਰਕਾਰ ਕੇ ਬਈ ਸਿੱਖਾਂ ਦਾ ਜਿਹੜਾ ਇੱਕ ਵੈਕਿਊਮ ਬਣਿਆ ਹੋਇਆ ਉਸ ਨੂੰ ਕੀਤਾ ਜਾਵੇ। ਉਹਦਾ ਸਭ ਤੋਂ ਆਸਾਨ ਤਰੀਕਾ ਤਾਂ ਐਸਜੀਪੀਸੀ ਦੀਆਂ ਚੋਣਾਂ ਹੈਗੀਆਂ, ਲੇਕਿਨ ਉਹ ਉਧਰ ਨੂੰ ਉਹ ਨਹੀਂ ਜਾ ਰਹੇ। ਉਹਨਾਂ ਨੇ ਇੱਕ ਮਤਲਬ ਐਨਡੀਏ ਦੇ ਵਿੱਚ ਆਪਣੀ ਮੀਟਿੰਗ ਬੁਲਾ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਇਨਵਾਈਟ ਕੀਤਾ ਗਿਆ। ਉਹਨੂੰ ਰਾਦਰ ਇਨਵਾਈਟ ਦੀ ਜਗ੍ਹਾ ਮੈਂ ਇਹ ਕਹਾਂਗਾ ਕਿ ਉਹਨੂੰ ਰਿਪਲੇਸ ਕੀਤਾ ਉਹਨਾਂ ਨੇ, ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਗ੍ਹਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬੁਲਾ ਲਿਆ। ਇਹ ਡਿਫਰੈਂਸ ਇੱਕ ਨਵੀਂ ਜਿਹੜੀ ਹੈ ਇਹ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਤੇ ਉਹਦੇ ਵਿੱਚ ਇਹ ਇੱਕ ਕਿਸਮ ਦਾ ਮਤਲਬ ਮੈਂ ਸਮਝਦਾ ਕਿ ਇੱਕ ਮੈਸੇਜ ਦਿੱਤਾ ਉਹਨਾਂ ਨੇ ਕਿ ਵੀ ਜਿਹੜਾ ਸਾਡਾ ਗਠਬੰਧਨ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਹ ਬੰਦੇ ਹੋਣਗੇ ਤੇ ਅਸੀਂ ਇਹਨਾਂ ਨੂੰ ਸਮਝਦੇ ਹਾਂ ਕਿ ਵੀ ਇਹ ਲੀਡ ਕਰਨਗੇ। ਹੁਣ ਉਹਨਾਂ ਦੀਆਂ ਜਿਹੜੀਆਂ ਵਰਡਸ ਹੈ ਉਹਨੂੰ ਆਪਾਂ ਵਾਰਸ ਸਮਝ ਲਈਏ ਜਾਂ ਜੋ ਮਰਜ਼ੀ ਸਮਝ ਲਈਏ, ਕਿਸ ਉਹਦੇ ਸੰਦਰਭ ਤੇ ਅਸੀਂ ਰੱਖਦੇ ਹਾਂ। ਹਕੀਕਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਉਸ ਦਾ ਵਾਰਸ ਪੰਥ ਹੈ। ਪੰਥ ਡਿਸਾਈਡ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੌਣ ਲੀਡ ਕਰਦਾ ਹੈ। ਸੋ ਇੱਕ ਤਾਂ ਇਹਦਾ ਇਹ ਪਰਸਪੈਕਟਿਵ ਹੈਗਾ। ਦੂਸਰੀ ਗੱਲ ਇਹ ਹੈ ਕਿ ਬਈ ਜਿਸ ਤਰੀਕੇ ਦੀਆਂ ਆਵਾਜ਼ਾਂ ਆ ਰਹੀਆਂ ਉਹ ਚਲੋ ਆਪਾਂ ਅੱਗੇ ਫਿਊਚਰ ਡਿਸਕਸ ਕਰਾਂਗੇ, ਪਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਇਹ ਸਟੈਂਡ ਹੈ ਕਿ ਬਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ ਹੀ ਡਿਸਾਈਡ ਕਰੇਗਾ, ਉਹੀ ਉਹ ਜਦੋਂ ਫਤਵਾ ਦੇਗਾ ਤੇ ਅਸਲੀ ਵਾਰਸ ਉਦੋਂ ਮੰਨਿਆ ਜਾਏਗਾ। ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਧਰ ਨੂੰ ਵਧ ਰਿਹਾ ਹੈ, ਉਹਦੇ ਲਈ ਕੰਮ ਕਰ ਰਿਹਾ ਹੈ ਤੇ ਲੋਕਾਂ ਦਾ ਕੌਨਫੀਡੈਂਸ ਜਿੱਤਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ ਜੀ। ਮਠਾੜੂ ਸਾਹਿਬ, ਤੁਸੀਂ ਅਮਰਿੰਦਰ ਸਿੰਘ ਉਹਨਾਂ ਦੀ ਗੱਲਬਾਤ ਸੁਣੀ ਹੈ, ਡਾਕਟਰ ਕੇ ਸਿੰਘ ਉਹਨਾਂ ਦੀ ਗੱਲਬਾਤ ਸੁਣੀ ਹੈ, ਤੇ ਤੁਸੀਂ ਜਿਹੜਾ ਖਾਸ ਤੌਰ ਤੇ ਅਮਰਿੰਦਰ ਸਿੰਘ ਇਹ ਕਹਿ ਰਿਹਾ ਹੈ ਕਿ ਪੰਥ ਹੀ ਡਿਸਾਈਡ ਕਰੂਗਾ ਕਿ ਅਸਲ ਵਾਰਸ ਕੌਣ ਹੈ ਤੇ ਅਕਾਲੀ ਦਲ ਉਸ ਪਾਸੇ ਵੱਲ ਵਧ ਰਿਹਾ ਹੈ, ਤੇ ਤੁਸੀਂ ਕਹਿ ਰਹੇ ਹੋ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਹੈਗੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਾਰਿਸ ਨੇ। ਦਰਸ਼ਕ ਜੀ, ਮੈਨੂੰ ਥੋੜਾ ਟਾਈਮ ਦੇ ਦਿਓ, ਇਹ ਗੱਲ ਵਧੀਆ ਤਰੀਕੇ ਨਾਲ ਕਰਨੀ ਪਊਗੀ। ਮੈਂ ਸਭ ਤੋਂ ਪਹਿਲੀ ਗੱਲ ਤਾਂ ਸਾਰੇ ਮੀਡੀਆ ਨੂੰ ਹੱਥ ਮੰਨ ਕੇ ਬੇਨਤੀ ਕਰਦਾ, ਤੁਹਾਨੂੰ ਵੀ ਬੇਨਤੀ ਕਰਦਾ ਔਰ ਢੀਂਡਸਾ ਸਾਹਿਬ ਨੂੰ ਵੀ ਬੇਨਤੀ ਕਰਦਾ, ਸਾਡੇ ਸਤਿਕਾਰਯੋਗ ਔਰ ਸਾਰੇ ਲੀਡਰ ਸਾਹਿਬਾਨ, ਸਾਰੇ ਬੁਲਾਰੇ ਸਾਡੇ ਸਤਿਕਾਰਯੋਗ ਹੈ, ਬੇਨਤੀ ਕਰਦਾ ਕਿ ਇੱਕ ਵਾਰੀ ਮੋਦੀ ਸਾਹਿਬ ਦਾ ਬਿਆਨ ਸੁਣਿਆ ਜਾਵੇ। ਪਹਿਲੀ ਗੱਲ ਤਾਂ ਮੈਂ ਡਾਕਟਰ ਕੇ ਸਿੰਘ ਜੀ ਦੇ ਨਾਲ ਵੀ ਸਹਿਮਤ ਹਾਂ, ਇੱਕ ਗੱਲ ਜਿਹੜੀ ਅਮਰਿੰਦਰ ਸਿੰਘ ਨੇ ਕੀਤੀ ਉਹਦੇ ਨਾਲ ਵੀ ਸਹਿਮਤ ਹਾਂ ਕਿ ਮੋਦੀ ਸਾਹਿਬ ਨਹੀਂ ਡਿਸਾਈਡ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਾਰਸ ਕੌਣ ਹੈ। ਦੂਜੀ ਗੱਲ, ਵਾਰਸ ਸ਼ਬਦ ਪੈਦਾ ਕਿੱਥੋਂ ਹੋਇਆ? ਮੋਦੀ ਸਾਹਿਬ ਦੀ ਸਪੀਚ ਸੁਣੋ, ਉਹਨਾਂ ਨੇ ਕਿਹਾ ਅਨੁਯਾਈ। ਜਿਹੜੇ ਬਾਦਲ ਸਾਹਿਬ ਦੇ ਅਨੁਯਾਈ ਆ ਉਹ
ਇੱਥੇ ਬੈਠੇ ਹੋਏ ਆ, ਨਾ ਹੀ ਢੀਂਡਸਾ ਸਾਹਿਬ ਦਾ ਨਾਮ ਲਿਆ। ਮੈਨੂੰ ਤਾਂ ਬੜੀ ਹੈਰਾਨੀ ਹੋਈ ਹੈ, ਜਿਹੜੀ ਗੱਲ ਦਾ ਢੀਂਡਸਾ ਸਾਹਿਬ ਨੂੰ ਵਿਰੋਧ ਕਰਨਾ ਚਾਹੀਦਾ ਸੀ, 2 ਦਿਨ ਹੋ ਗਏ ਉਹਨਾਂ ਨੂੰ ਥਾਪੀਆਂ ਮਾਰ ਕੇ ਮੀਡੀਆ ਦੇ ਵਿੱਚ ਕਹਿੰਦੇ ਮੈਂ ਬਾਦਲ ਸਾਹਿਬ ਦਾ ਦੇਖੋ ਉਹ ਹੈ ਵਾਰਸ ਹੈ, ਮੈਨੂੰ ਮੋਦੀ ਸਾਹਿਬ ਨੇ ਕਿਹਾ ਮੈਂ ਬਾਦਲ ਸਾਹਿਬ ਦਾ ਵਾਰਸ ਹੈ। ਮੈਨੂੰ ਇੱਕ ਗੱਲ ਦੀ ਸਮਝ ਆਉਂਦੀ ਦਰਸ਼ਕ ਜੀ, ਉਹਨਾਂ ਨੇ ਕਿਹਾ ਅਨੁਯਾਈ ਸ਼ਬਦ ਦਾ ਮਤਲਬ ਹੁੰਦਾ ਚੇਲੇ, ਔਰ ਜਿਹੜੇ ਉਹਦੇ ਪੈਰੋਕਾਰ ਹੁੰਦੇ ਆ ਜਾਂ ਸ਼ਾਗਿਰਦ। ਤੁਸੀਂ ਕੱਢ ਕੇ ਵੇਖ ਲਓ ਨਾ, ਅਨੁਯਾਈ ਸ਼ਬਦ ਦਾ ਮਤਲਬ ਹੁੰਦਾ ਸ਼ਾਗਿਰਦ, ਚੇਲੇ। ਬਾਦਲ ਸਾਹਿਬ ਨੇ ਤਾਂ ਢੀਂਡਸਾ ਸਾਹਿਬ ਨੂੰ ਰੱਖਿਆ ਹੋਇਆ ਸੀ ਆਪਣੇ ਬਰਾਬਰ, ਤੇ ਉਹਨਾਂ ਨੇ ਉਹਨੂੰ ਕਿਹਾ ਚੇਲੇ, ਉਹਨਾਂ ਨੂੰ ਜਲੀਲ ਕੀਤਾ ਬਿਠਾ ਕੇ ਉੱਥੇ। ਉਹਨਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ, ਬਲਕਿ ਉਹਨਾਂ ਨੇ ਜਿੱਥੇ ਢੀਂਡਸਾ ਸਾਹਿਬ ਔਰ ਢੀਂਡਸਾ ਸਾਹਿਬ ਦਾ ਪੂਰਾ ਗਰੁੱਪ ਸਾਰੀਆਂ ਡਿਬੇਟਾਂ ਦੇ ਵਿੱਚ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਕੋਸ ਕੇ ਜਿਹੜਾ ਪਾਣੀ ਪੀ ਕੇ ਕੋਸਦੇ ਸੀ ਨਾ, ਅੱਜ ਬਾਦਲ ਸਾਹਿਬ ਦਾ ਚੇਲਾ ਹੋਣ ਤੇ ਢੀਂਡਸਾ ਸਾਹਿਬ ਨੂੰ ਫਖਰ ਮਹਿਸੂਸ ਹੋ ਰਿਹਾ, ਕਿਉਂਕਿ ਮੋਦੀ ਸਾਹਿਬ ਨੇ ਕਹਿਤਾ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਨਹੀਂ ਕਿਹਾ, ਢੀਂਡਸਾ ਸਾਹਿਬ ਤੁਹਾਨੂੰ ਬਾਦਲ ਸਾਹਿਬ ਦੇ ਚੇਲੇ ਕਿਹਾ ਕਿ ਚੇਲੇ ਬੈਠੇ ਹੋਏ ਉਹਨਾਂ ਦੇ, ਵਾਰਸ ਨਹੀਂ ਕਿਹਾ ਉਹਨਾਂ ਦੇ। ਅਗਰ ਉਹ ਇਹ ਕਹਿੰਦੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਵਾਰਸ ਸਾਡੇ ਕੋਲ ਬੈਠੇ ਹੋਏ ਨੇ, ਜਾਂ ਸ਼੍ਰੋਮਣੀ ਅਕਾਲੀ ਦਲ ਸਾਡੇ ਕੋਲ ਬੈਠਾ ਹੋਇਆ ਢੀਂਡਸਾ, ਫੇਰ ਮੰਨਦੇ। ਉਹਨਾਂ ਨੇ ਕਿਹਾ ਬਾਦਲ ਸਾਹਿਬ ਦਾ ਚੇਲਾ ਬੈਠਾ ਹੋਇਆ। ਇਸ ਗੱਲ ਨੂੰ ਥਾਪੀਆਂ ਮਾਰ ਰਹੇ ਆ ਔਰ ਕਹਿ ਰਹੇ ਵਾਰਸ ਸ਼ਬਦ ਕ੍ਰੀਏਟ ਕਰ ਲਿਆ, ਖੁਦ ਹੀ ਕੁਝ ਮੀਡੀਆ ਨੇ ਕ੍ਰੀਏਟ ਕਰ ਲਿਆ। ਅਸੀਂ ਤਾਂ ਹੈਰਾਨ ਇਸ ਗੱਲ ਤੋਂ ਆ, ਜਿਨ੍ਹਾਂ ਨੂੰ ਜਿਸ ਪਰਿਵਾਰ ਨੂੰ ਕੋਸਦੇ ਰਹਿੰਦੇ ਆ ਸਾਰਾ ਦਿਨ, ਉਹਦੇ ਚੇਲੇ ਹੋਣ ਦਾ ਫਖਰ ਮਹਿਸੂਸ ਕਰ ਰਹੇ। ਅਗਰ ਤਾਂ ਮੋਦੀ ਸਾਹਿਬ ਨੇ ਕਿਹਾ ਹੁੰਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਹੈ ਜੀ, ਫਿਰ ਤਾਂ ਗੱਲ ਅਸੀਂ ਸਮਝ ਆਉਂਦੀ ਸੀ। ਦੂਜੀ ਗੱਲ, ਅਗਲੀ ਗੱਲ ਜਿਹੜੀ ਮੈਂ ਜ਼ਿਆਦਾ ਕਰਨ ਵਾਲੀ ਹੈ, ਜਿੱਥੋਂ ਜਿਵੇਂ ਖੇਰ ਸਿੰਘ ਜੀ ਨੇ ਕਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਆ। ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਅੱਜ ਪਤਾ ਲੱਗ ਗਿਆ ਕਿ RSS ਔਰ BJP ਦੇ ਹੱਥਾਂ ਵਿੱਚ ਕੌਣ ਖੇਡਦਾ। ਹੁਣ ਸਾਡੇ ਅਮਰਿੰਦਰ ਸਿੰਘ ਹਰ ਵਾਰ ਕੋਸਦੇ ਆ, ਤੁਸੀਂ ਤਾਂ ਜੀ RSS ਪਿੱਛੇ ਚੱਲਦੇ ਹੋ, ਤੁਸੀਂ BJP ਦੇ ਪਿੱਛੇ ਚੱਲਦੇ ਹੋ, ਅੱਜ ਉਹਨਾਂ ਦੇ ਤੁਸੀਂ ਬੁਲਾਰੇ ਬਣ ਕੇ ਬੈਠੇ ਹੋਏ ਹੋ। ਹੈਰਾਨੀ ਤਾਂ ਇਸ ਗੱਲ ਦੀ ਹੈ ਨਾ, ਸਰਦਾਰ ਸੁਖਬੀਰ ਸਿੰਘ ਬਾਦਲ, ਦੇਖੋ ਢੀਂਡਸਾ ਸਾਹਿਬ ਕਿੰਨੇ ਉਤਾਵਲੇ ਹੋਏ ਆ ਬਾਦਲ ਸਾਹਿਬ ਦੇ ਵਾਰਸ ਬਣਨ ਵਾਸਤੇ, ਬਾਦਲ ਸਾਹਿਬ ਦੇ ਵਾਰਸ ਬਣਨ ਵਾਸਤੇ ਉਤਾਵਲੇ ਆ, ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਨਹੀਂ। ਨਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਅਦ ਦੇ ਵਿੱਚ BJP ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜ ਚੁੱਕੇ ਨੇ, ਅੱਜ ਉਹ ਕਹਿੰਦੇ ਅਸੀਂ ਬਾਦਲ ਸਾਹਿਬ ਦੇ ਜਿਹੜੇ ਹੈਗੇ ਆ ਪੈਰੋਕਾਰ ਹੈਗੇ ਆ ਜੀ ਬਾਦਲ ਸਾਹਿਬ ਦੇ। ਫਿਰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ, ਭਾਈ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰ ਆ, ਬਾਦਲ ਸਾਹਿਬ ਦੇ ਨਹੀਂ। ਇੱਕ ਪਾਸੇ ਤੁਸੀਂ ਇਲਜ਼ਾਮ ਲਾਉਂਦੇ ਹੋ ਕਿ ਬਾਦਲ ਪਰਿਵਾਰ ਹੈ ਜੀ, ਬਾਦਲ ਪਰਿਵਾਰ ਹੈ। ਬਾਕੀ ਮੈਂ ਅਮਰਿੰਦਰ ਸਿੰਘ ਦੀ ਗੱਲ ਦਾ ਜਵਾਬ ਦੇਣਾ ਚਾਹੂੰਗਾ। ਇਹਨਾਂ ਨੇ ਕਿਹਾ ਬਾਦਲ ਪਰਿਵਾਰ ਹੈ ਜਿਹੜਾ, ਜਾਂ ਬਾਦਲ ਪਰਿਵਾਰ ਹੈ, ਉਹਨਾਂ ਨੂੰ ਪੰਥ ਨੇ ਨਕਾਰਤਾ। ਨਕਾਰਿਆ ਨਹੀਂ, ਇੱਕ ਪਰਿਵਾਰ ਦੇ 2 MP ਨੇ, 2 MPਆਂ ਦੇ ਥੱਲੇ 18 ਵਿਧਾਨ ਸਭਾ ਹਲਕੇ ਆਉਂਦੇ ਆ। ਤੁਸੀਂ ਢੀਂਡਸਾ ਸਾਹਿਬ ਨੂੰ ਵੋਟਾਂ ਦੇਖ ਲਓ ਕਿੰਨੀਆਂ ਪਈਆਂ ਅਲੱਗ ਹੋ ਕੇ, ਜਦ ਤੁਹਾਡਾ ਕਿਹੜਾ ਬੰਦਾ ਜਿਹੜਾ ਅਲੱਗ ਹੋ ਕੇ ਕਿੰਨੀਆਂ ਵੋਟਾਂ ਲੈ ਗਿਆ। ਬਾਦਲ ਪਰਿਵਾਰ ਦੇ ਅੱਜ ਵੀ 2 MP ਜਿੱਤੇ ਹੋਏ। ਤੁਸੀਂ ਕਿਵੇਂ ਕਹਿ ਸਕਦੇ ਹੋ ਬਾਦਲ ਪਰਿਵਾਰ ਨੂੰ ਜਿਹੜਾ ਪੰਥ ਨੇ ਉਹ ਕਰ ਦਿੱਤਾ ਹੈਗਾ, ਉਹ ਤਾਂ ਅੱਜ ਵੀ MP ਨੇ, ਪਾਵਰ ਦੇ ਵਿੱਚ ਨੇ। ਤੁਸੀਂ ਕਿਵੇਂ ਕਹਿ ਸਕਦੇ ਹੋ ਉਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਹੈ? ਅੱਜ ਵੀ MP ਨੇ। ਔਰ ਪ੍ਰਮਾਤਮਾ ਭਲੀ ਕਰੇ, ਸਾਰਾ ਕਾਡਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ। ਉਹ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਵਾਰਸਾਂ ਬੂਰਸਾਂ ਦੀ ਗੱਲ ਜਿਹੜੀ ਹੈਗੀ ਆ, ਉਹ ਇਹ ਤੁਹਾਡੀ ਠੀਕ ਹੈ ਕਿ ਪੰਥ ਵਾਰਸ ਹੈ, ਔਰ ਪੰਥ ਨੇ ਵੋਟਾਂ ਪਾ ਕੇ ਡੈਲੀਗੇਟਸ ਨੇ ਉਹਨਾਂ ਨੂੰ ਬਣਾਇਆ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ। ਹਾਂ, ਤੁਸੀਂ ਪਾਰਟੀਆਂ ਭੰਗ ਕਰੋ, ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰੋ, ਇਹ ਡੈਲੀਗੇਟਾਂ ਦੀਆਂ ਵੋਟਾਂ ਪੈਣੀਆਂ। ਜੇ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਆ, ਵਧੀਆ ਗੱਲ ਹੈ, ਆ ਜਾਓ। ਹੁਣ ਤੁਸੀਂ ਵੀ ਬਣ ਲਓ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ। ਹੁਣ BJP ਚ ਬਹਿ ਕੇ ਥੋੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਸੇ ਨੇ ਬਣਾ ਦੇਣਾ। ਮਠਾੜੂ ਸਾਹਿਬ ਠੀਕ ਹੈ ਕਿ ਇਸ ਸਮੇਂ ਅਕਾਲੀ ਦਲ ਬਾਦਲ ਦੇ 2 ਮੈਂਬਰ ਪਾਰਲੀਮੈਂਟ ਵੀ ਹੈਗੇ ਨੇ ਤੇ ਉਸ ਦੇ ਅਧੀਨ 17 ਹਲਕੇ ਵੀ ਆਉਂਦੇ ਆ। ਤੇ ਜਦੋਂ ਵੀ ਕੋਈ ਸਿਆਸੀ ਟੱਕਰ ਹੁੰਦੀ ਹੈ ਜਾਂ ਸਿਆਸੀ ਮੁਕਾਬਲਾ ਹੁੰਦਾ ਹੈ, ਮਤਲਬ ਕਹਿਣ ਤੋਂ ਭਾਵ ਕੋਈ ਚੋਣ ਹੁੰਦੀ ਹੈ, ਅਕਾਲੀ ਦਲ ਬਾਦਲ ਦੀ ਉੱਥੇ ਹੋਂਦ ਨਜ਼ਰ ਵੀ ਆਉਂਦੀ ਹੈ। ਇਹ ਗੱਲ ਅਲੱਗ ਹੈ ਕਿ ਪਹਿਲਾਂ ਵਰਗੀ ਉਹ ਸ਼ਕਤੀ ਨਹੀਂ ਰਹੀ। ਖੈਰ, ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਅਕਾਲੀ ਦਲ ਬਾਦਲ ਕਿੱਥੇ ਤੱਕ ਪਹੁੰਚਦਾ। ਬਰਾੜ ਸਾਹਿਬ, ਤੁਸੀਂ ਡਾਕਟਰ ਕੇਰ ਸਿੰਘ ਉਹਨਾਂ ਨੂੰ ਵੀ ਸੁਣਿਆ, ਅਮਰਿੰਦਰ ਸਿੰਘ ਜੀ ਨੂੰ ਵੀ ਸੁਣਿਆ, ਮਠਾੜੂ ਸਾਹਿਬ ਨੂੰ ਵੀ ਸੁਣਿਆ, ਤੇ ਇਸ ਸਾਰੇ ਜਿਹੜਾ ਮਤਲਬ ਗੱਲਬਾਤ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹ ਵਾਰਸ ਵਾਲੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ, ਤੇ ਮਠਾੜੂ ਸਾਹਿਬ ਕਹਿੰਦੇ ਅਨਿਆਈ ਕਿਹਾ, ਚੇਲੇ ਕਿਹਾ, ਪੈਰੋਕਾਰ ਕਿਹਾ, ਇਹ ਸਭ ਕੁਛ ਕਿਸ ਤਰੀਕੇ ਨਾਲ ਹੈ? ਤੇ ਜਿਹੜੇ ਮੋਦੀ ਸਾਹਿਬ ਦਾ ਬਿਆਨ ਹੈ ਉਹ ਕੁਛ ਭੰਬੜ ਭੂਸਾ ਕ੍ਰੀਏਟ ਕਰਨ ਦੀ ਤਾਂ ਨਹੀਂ ਗੱਲਬਾਤ ਹੈ? ਦੇਖੋ ਦਰਸ਼ਕ ਜੀ, ਅਨਿਆਈ ਕਿਹਾ, ਵਾਰਸ ਕਿਹਾ, ਜਿਵੇਂ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਆ, ਤੇ ਉਸ ਸਬੰਧ ਦੇ ਵਿੱਚ
ਜਿਹੜੀਆਂ ਹੁਣ ਡਾਕਟਰ ਕੇਰ ਸਿੰਘ ਹੋਣੇ ਨੇ ਗੱਲਾਂ ਕੀਤੀਆਂ, ਉਹ ਬੜੀਆਂ ਵਧੀਆ ਠੋਸ ਗੱਲਾਂ ਕੀਤੀਆਂ ਉਹਨਾਂ ਨੇ। ਕਿਉਂਕਿ ਕਿਸੇ ਵੀ ਜਿਹੜੀ ਆਪਾਂ ਰਾਜਨੀਤਿਕ ਪਾਰਟੀ ਦੀ ਪਹਿਲਾਂ ਗੱਲ ਕਰ ਲਈਏ, ਬਾਅਦ ਚ ਪੰਥ ਵਾਲੀ ਗੱਲ ਤੇ ਆਉਂਗਾ। ਰਾਜਨੀਤਿਕ ਪਾਰਟੀ ਦਾ ਜਿਹੜਾ ਵੀ ਕੋਈ ਵੀ ਜਿਹੜਾ ਉਹਨਾਂ ਨੇ ਪ੍ਰਧਾਨ ਚੁਣਨਾ ਹੁੰਦਾ ਹੈ, ਚਾਹੇ ਉਹ ਅਕਾਲੀ ਦਲ ਬਾਦਲ ਆ ਚਾਹੇ ਕੋਈ ਹੋਰ ਆ, ਤਾਂ ਉਹਨਾਂ ਦੇ ਅਹੁਦੇਦਾਰ, ਉਹਨਾਂ ਦੀ ਐਗਜ਼ੈਕਟਿਵ ਕਮੇਟੀਆਂ, ਉਹਨਾਂ ਦੇ ਮੈਂਬਰ, ਉਹਨਾਂ ਦੇ ਜਿਹੜੇ ਸਿਸਟਮ ਆ ਉਹਦੇ ਅਨੁਸਾਰ ਚੁਣੇ ਜਾਂਦੇ ਆ। ਇਹ ਤਾਂ ਹੈਗੀ ਇੱਕ ਗੱਲ ਪ੍ਰਧਾਨਗੀ ਦੀ ਵੀ ਕਿਹੜਾ ਉਸ ਦਲ ਦਾ ਪ੍ਰਧਾਨ ਬਣੂਗਾ। ਤੇ ਦੂਜੇ ਪਾਸੇ ਜਿਹੜੇ ਅਮਰਿੰਦਰ ਸਿੰਘ ਜੀ ਨੇ ਗੱਲ ਕਹੀ ਹੈ ਵੀ ਅਸਲੀ ਅਕਾਲੀ ਦਲ ਬਾਦਲ ਇੱਕ ਰਾਜਨੀਤਿਕ ਪਾਰਟੀ ਆ, ਜਿਵੇਂ ਯੂਨਾਈਟਿਡ ਅਕਾਲੀ ਦਲ ਆ, ਵੀ ਪੰਥ ਇੱਕ ਜਿਹੜੀ ਆ ਉਹ ਪੰਥ ਦੇ ਜਿਹੜੇ ਸਿਧਾਂਤ ਆ ਉਹ ਇੱਕ ਵੱਖਰੀ ਆ, ਤੇ ਪੰਥ ਦਾ ਜਿਹੜਾ ਫੈਸਲਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੋਊਗਾ। ਇਹ ਅਮਰਿੰਦਰ ਸਿੰਘ ਦੀ ਇਸ ਗੱਲ ਦੇ ਵਿੱਚ ਵੀ ਬਹੁਤ ਵਜਨ ਆ। ਤੇ ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੂੰਗਾ ਵੀ ਜਿਵੇਂ ਮੋਦੀ ਨੇ ਗੱਲ ਕਹੀ ਆ, ਮੋਦੀ ਨੇ ਗੱਲ ਕਿਉਂ ਕਹੀ ਆ, ਇਸ ਪਿਛੋਕੜ ਵੱਲ ਜਾਣ ਦੀ ਲੋੜ ਆ। ਵੀ ਮੋਦੀ ਨੇ ਕੋਈ ਵੀ ਜਦੋਂ ਵੱਡੀ ਪਾਰਟੀ ਜਿਹਦੇ ਨਾਲ ਹਰੇਕ ਪਾਰਟੀ ਗੱਠਜੋੜ ਕਰਨ ਨੂੰ ਭੱਜੀ ਫਿਰਦੀ ਆ, ਭਾਵੇਂ ਪਿੱਛੇ ਜੇ ਅਕਾਲੀ ਦਲ ਬਾਦਲ ਵਾਲੇ ਵੀ ਕਾਫੀ ਜ਼ੋਰ ਲਾਇਆ, ਉਹ ਵੱਖਰੀ ਗੱਲ ਆ ਵੀ ਇਹਨਾਂ ਦੀਆਂ ਸੀਟਾਂ ਦੀ ਐਡਜਸਟਮੈਂਟ ਕਰਕੇ ਜਾਂ ਅੰਦਰੂਨੀ ਕੋਈ ਹੋਰ ਗੱਲਾਂ ਹੋਣਗੀਆਂ, ਉਹ ਇਹਨਾਂ ਦੀ ਗੱਲ ਨਹੀਂ ਸਿਰੇ ਚੜੀ। ਪਰ ਇਹਦੇ ਵਿੱਚ ਵੀ ਬਹੁਤ ਸਾਰੇ ਇਹਨਾਂ ਲੀਡਰਾਂ ਦਾ ਬਿਆਨ ਆਇਆ ਵੀ ਅਸੀਂ ਪਹਿਲਾਂ ਵੀ ਇਕੱਠੇ ਰਹੇ ਹਾਂ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਇਕੱਠੇ ਹੋਣ ਬਾਰੇ। ਤੇ ਚਲੋ ਢੀਂਡਸਾ ਸਾਹਿਬ ਦੀ ਉਹਨਾਂ ਨਾਲ ਨੇੜਤਾ ਜੱਗ ਜ਼ਾਹਰ ਸੀਗੀ। ਤੇ ਮੈਂ ਹੁਣ ਗੱਲ ਕਰਨੀ ਚਾਹੁੰਦਾ ਮੋਦੀ ਦੇ ਪੱਖ ਤੋਂ। ਮੋਦੀ ਨੇ ਗੱਲ ਕਿਉਂ ਕਹੀ? ਕਿਉਂਕਿ ਜੋ ਮੈਂ ਉਹਨਾਂ ਨੇ ਕਿਹਾ ਵੀ ਬਾਦਲ ਸਾਹਿਬ ਦੇ ਜਿਹੜੇ ਅਨਿਆਈ ਆ ਜਾਂ ਵਾਰਸਾਂ ਢੀਂਡਸਾ ਸਾਹਿਬ ਬੈਠੇ ਆ, ਤੇ ਉਹਨਾਂ ਨੇ ਸੱਦਾ ਵੀ ਉਹਨਾਂ ਨੂੰ ਦਿਆ। ਕਿਉਂਕਿ ਜੇਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਦੀ ਜਿਹੜੀ ਕਾਰਜ ਪ੍ਰਣਾਲੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਤੋਂ ਉਹਨਾਂ ਦੀ ਆਵਾਜ਼ ਕਰੋ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ 1996 ਤੋਂ ਬਾਅਦ ਅਕਾਲੀ ਦਲ ਬਾਦਲ ਪੰਥਕ ਵਿਚਾਰਧਾਰਾ ਤੋਂ ਸਿੱਖ ਸਿਧਾਂਤਾਂ ਤੋਂ ਵਿਹੂਣਾ ਹੋ ਚੁੱਕਿਆ ਸੀਗਾ। ਉਹ ਸਾਰੀ ਜਿਹੜੀ ਵਿਚਾਰਧਾਰਾ ਸੀਗੀ ਖਾਸ ਤੌਰ ਤੇ ਇੱਕ ਜਿਹੜੀ ਮਨੂਵਾਦੀ ਸਿਆਸਤ ਵਾਂਗੂ ਇਹਨਾਂ ਦੀ ਵਿਚਾਰਧਾਰਾ ਆ ਗਈ ਸੀ। ਜਿਵੇਂ ਅਕਾਲ ਤਖਤ ਦੇ ਸਿਧਾਂਤਾਂ ਦਾ ਘਾਣ ਹੋਇਆ, ਜਿਵੇਂ ਹੋਇਆ ਤੁਹਾਡੇ ਸਭ ਦੇ ਸਾਹਮਣੇ ਆ। ਡਾਕਟਰ ਹਰਜਿੰਦਰ ਸਿੰਘ ਦਲਗੀਰ ਜਿਹੜੇ ਕਿ ਨੈਸ਼ਨਲ ਪ੍ਰੋਫੈਸਰ ਰਹੇ ਆ ਸਿੱਖ ਸਟੱਡੀਜ਼ ਦੇ ਤੇ ਡਾਇਰੈਕਟਰ ਰਹੇ ਆ ਇਹਨਾਂ ਦੇ ਸਿੱਖ ਰਿਸਰਚ ਬੋਰਡ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਆਪਣੀ ਕਿਤਾਬ ਲਿਖੀ ਸੀ ਸਿੱਖ ਹਿਸਟਰੀ। ਉਹਦੀ 9ਵੀਂ ਜਿਲਦ ਦੇ ਵਿੱਚ ਹਾਈਜੈਕਿੰਗ ਆਫ ਦਾ ਸਿੱਖਸ ਵਿੱਚ ਉਹ ਲਿਖਦੇ ਆ ਕਿ 1994 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਰਐਸਐਸ ਨਾਲ ਨੇੜਤਾ ਹੋ ਗਈ ਸੀਗੀ। ਤੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਕੋਟ ਕੀਤਾ ਵੀ ਮੈਨੂੰ ਇਹ ਗੱਲ ਗੁਰਚਰਨ ਸਿੰਘ ਟੌੜਾ ਨੇ ਹਰਮੇਲ ਸਿੰਘ ਟੌੜਾ ਦੀ ਕੋਠੀ ਵਿਖੇ ਦੱਸੀ ਸੀਗੀ। ਤੋਂ ਉਸ ਤੋਂ ਬਾਅਦ ਜਿਸ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ ਉਹ ਤੁਹਾਡੇ ਸਭ ਦੇ ਸਾਹਮਣੇ ਆ। ਤੇ ਕਿਸ ਤਰੀਕੇ ਨਾਲ ਪਾਰਟੀ ਪੰਜਾਬੀ ਪਾਰਟੀ ਬਣੀ, ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਬੀਜੇਪੀ ਨਾਲ ਆਏ ਤੇ ਬੀਜੇਪੀ ਨਾਲ ਨੇੜਤਾ ਹੋਈ। ਉਹ ਵੀ ਜਿਵੇਂ ਡੇਰਾ ਸੱਚਾ ਸੌਦਾ ਜਿਹੜਾ ਪਖੰਡੀ ਸਾਧ ਆ, ਕਿਸ ਤਰ੍ਹਾਂ ਉਹਦੇ ਨਾਲ ਨੇੜਤਾ ਹੋਈ। ਉਸ ਨੇੜਤਾ ਦੇ ਵਿੱਚ ਸਾਰੇ ਸ਼ਾਮਲ ਸੀਗੇ, ਚਾਹੇ ਢੀਂਡਸਾ ਸੀਗਾ ਚਾਹੇ ਬਾਦਲ ਸੀਗੇ, ਸਾਰੇ ਸੀਗੇ। ਸਾਰੇ ਵੋਟਾਂ ਲਈ ਤਰਲੋ ਮੱਛੀ ਹੁੰਦੇ ਰਹੇ। ਤੇ ਢੀਂਡਸਾ ਸਾਹਿਬ ਦੀ ਇੱਕ ਗੱਲ ਬੜੀ ਤੁਹਾਨੂੰ ਵਾਚਣ ਵਾਲੀ ਹੈ, ਜਿਹੜੀ ਪਿੱਛੇ ਜੇ ਸੋਸ਼ਲ ਮੀਡੀਆ ਦੇ ਵਿੱਚ ਬੜੀ ਸਰਕਲ ਦੇ ਵਿੱਚ ਆ ਰਹੀ ਆ। ਢੀਂਡਸਾ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਜਦੋਂ ਉਹਨਾਂ ਦਾ ਭੋਗ ਪੈ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਗੱਲ ਪੁੱਛੀ ਵੀ ਤੁਸੀਂ ਬਾਦਲ ਸਾਹਿਬ ਬਾਰੇ ਤੁਹਾਡੇ ਕੀ ਵਿਚਾਰ ਆ, ਤਾਂ ਉਹਨਾਂ ਨੇ ਕਿਹਾ ਸੀਗਾ ਬਾਦਲ ਸਾਹਿਬ ਹਮੇਸ਼ਾ ਆਪਣੇ ਵਿਚਾਰਾਂ 'ਚ ਸਥਿਰ ਰਹੇ। ਉਹਨਾਂ ਨੇ ਕਦੇ ਵੀ ਕਿਸੇ ਗੱਲ ਤੋਂ ਘਬਰਾਏ ਨਹੀਂ। ਪਰ ਪਹਿਲੀ ਵਾਰ ਇੱਕ ਗੱਲ ਤੋਂ ਘਬਰਾਏ ਜਦੋਂ ਉਸ ਸਮੇਂ ਅਕਾਲ ਤਖਤ ਦੇ ਇੱਕ ਐਕਟਿੰਗ ਕਾਰਜਕਾਰੀ ਜਥੇਦਾਰ ਭਾਈ ਪ੍ਰੋਫੈਸਰ ਮਨਜੀਤ ਸਿੰਘ ਨੇ ਉਹਨਾਂ ਨੂੰ ਜਦੋਂ ਅਕਾਲੀ ਦਲਾਂ ਦੇ ਏਕੇ ਦੀ ਗੱਲ ਕਰੀ ਸੀਗੀ, ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀਗਾ, ਜਿਹਦੇ ਚ ਸਾਰੇ ਬਰਨਾਲਾ ਗੁਰਚਰਨ ਸਿੰਘ ਟੌੜਾ ਤਲਵੰਡੀ ਹੋਣੀ ਸਾਰੇ ਸਿਮਰਜੀਤ ਸਿੰਘ ਮਾਨ ਹੋਣੀ ਇਕੱਠੇ। ਤੁਸੀਂ ਆਪਣੀ ਗੱਲ ਜਾਰੀ ਰੱਖਿਓ। ਇਸ ਸਮੇਂ ਬ੍ਰੇਕ ਦਾ ਇੱਕ ਸਮਾਂ ਹੋ ਰਿਹਾ, ਲੈਣੇ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਆ। ਬਰਾੜ ਸਾਹਿਬ ਇਹ ਦੱਸ ਰਹੇ ਨੇ ਕਿ ਇੱਕ ਵਾਰੀ ਢੀਂਡਸਾ ਸਾਹਿਬ ਨੇ ਜਦੋਂ ਉਹਨਾਂ ਦੇ ਭੋਗ ਤੋਂ ਬਾਅਦ ਜਿਹੜੀ ਗੱਲਬਾਤ ਕਹੀ ਤੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਜ਼ਰੂਰ ਜਿਹੜਾ ਕਿ ਛਿੜਕੇ ਨੇ, ਤੇ ਉਹ ਗੱਲ ਤੁਸੀਂ ਹੁਣ ਜਾਰੀ ਰੱਖ ਸਕਦੇ ਹੋ ਬਰਾੜ ਸਾਹਿਬ। ਢੀਂਡਸਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਸਾਰੇ ਦੇਖ ਸਕਦੇ ਹੋ, ਜਿੰਨੇ ਵੀ ਪੈਨਲਿਸਟ ਬੈਠੇ ਆ।
ਉਹਨਾਂ ਨੇ ਗੱਲ ਕਹੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਘਬਰਾਏ ਹੋਏ ਸੀਗੇ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਹੁਣ ਕੀ ਕਰਨਾ ਚਾਹੀਦਾ ਹੈ। ਤਾਂ ਮੈਂ ਉਹਨਾਂ ਨੂੰ ਰਾਏ ਦੇ ਵੀ ਆਪਾਂ ਨੇ ਬਿਲਕੁਲ ਹੀ ਜਿਹੜਾ ਇਸ ਗੱਲ ਦੀ ਆਪਾਂ ਪਰਵਾਹ ਨਾ ਕਰੀਏ। ਇਸ ਗੱਲ ਦਾ ਜਿਹੜਾ ਹੈਗਾ ਸਿਸਟਮ ਅਕਾਲ ਤਖਤ ਸਾਹਿਬ ਤੇ ਜਿਹੜਾ ਬੁਲਾਉਣ ਵਾਲੀ ਗੱਲ ਆ ਉਸ ਤੋਂ ਥੋੜਾ ਪਰਾਂ, ਮਤਲਬ ਉਹਨਾਂ ਨੇ ਰਾਏ ਦੀ ਵੀ ਉਹਦੀ ਪਰਵਾਹ ਕਰਨ ਦੀ ਲੋੜ ਨਹੀਂ, ਮਤਲਬ ਅਕਾਲ ਤਖਤ ਸਾਹਿਬ ਦੀ ਪਰਵਾਹ ਕਰਨ ਦੀ ਲੋੜ ਨਹੀਂ, ਉਹਨਾਂ ਸਿੱਧੀ ਗੱਲ ਦੀ। ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਹਜ਼ਾਰਾਂ ਜਿਹੜਾ ਆਪਣੇ ਜਿਹੜੇ ਬੰਦੇ ਸੀਗੇ ਵਰਕਰ, ਉਹਨਾਂ ਦਾ ਇਕੱਠ ਕਰਕੇ ਭਾਈ ਮਨਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ, ਉੱਥੇ ਗਏ ਤੇ ਜਿਵੇਂ ਮਨਜੀਤ ਸਿੰਘ ਨੂੰ ਉੱਥੇ ਗਾਲੀ ਗਲੋਚ ਹੋਇਆ, ਜਿਵੇਂ ਧੱਕੇ ਮਾਰੇ ਗਏ, ਜਿਸ ਤਰ੍ਹਾਂ ਉਹ ਅੰਦਰ ਵੜ ਕੇ ਗੁਸਲਖਾਨੇ 'ਚ ਵੜ ਕੇ ਲੁੱਕ ਕੇ ਆਪਣੇ ਆਪ ਨੂੰ ਬਚਾਇਆ, ਉਹ ਤੁਹਾਡੇ ਸਭ ਦੇ ਸਾਹਮਣੇ। ਤੇ ਉਹਦੀ ਸਲਾਹਕਾਰ ਕੌਣ ਸੀਗੇ? ਉਹਦੇ ਸਲਾਹਕਾਰ ਉਹਨਾਂ ਦੇ ਮੁਤਾਬਕ ਵੀ ਅਸੀਂ ਮੁੱਖ ਸਲਾਹਕਾਰ ਸੀਗੇ। ਸੋ ਮੋਦੀ ਨੂੰ ਅਜਿਹੇ ਬੰਦੇ ਪਸੰਦ ਆ, ਮੋਦੀ ਨੂੰ ਉਹ ਬੰਦੇ ਪਸੰਦ ਆ ਸਭ ਤੋਂ ਜ਼ਿਆਦਾ ਜਿਹੜੇ RSS ਦੀਆਂ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਅਨੁਸਾਰ ਚੱਲਣ। ਸਿੱਖ ਕੌਮ ਦਾ ਭਾਵੇਂ ਘਾਣ ਹੁੰਦਾ ਜਿੰਨਾ ਮਰਜ਼ੀ ਹੋ ਜਾਵੇ, ਪੰਥ ਦੀ ਕੋਈ ਗੱਲ ਹੋਵੇ ਨਾ ਹੋਵੇ, ਉਹਨਾਂ ਨੂੰ ਉਹ ਗੱਲ ਆ। ਤੇ ਇੱਥੇ ਤੱਕ ਵੀ ਜਿਹੜਾ ਇਜ਼ਹਾਰ ਆਲਮ ਆ, ਇਜ਼ਹਾਰ ਆਲਮ ਦੀ ਸਭ ਤੋਂ ਜ਼ਿਆਦਾ ਨੇੜਤਾ ਜਿਸ ਪਰਿਵਾਰ ਨਾਲ ਸੀ, ਢੀਂਡਸਾ ਹੋਣਾ ਨਾਲ ਉਹਨਾਂ ਦੇ ਏਰੀਏ ਦਾ ਸੀਗਾ। ਤੇ ਉਹਨਾਂ ਨੇ ਕਿਸ ਤਰੀਕੇ ਨਾਲ ਸਾਰਾ ਕੁਝ ਕਰਕੇ ਉਹਦੀ ਜਿਹੜੀ ਵਾਈਫ ਆ, ਜਿਹੜਾ ਕਿ ਸਿੱਖ ਨਸਲਕੁਸ਼ੀ ਦਾ ਦੋਸ਼ੀ ਸੀਗਾ, ਉਹਨੂੰ ਟਿਕਟ ਦਵਾਈ ਗਈ, ਅਕਾਲੀ ਦਲ ਚ ਆਇਆ ਤੇ ਹੁਣ ਇਹਨਾਂ ਦੇ ਨੇੜੇ ਆ, ਅਕਾਲੀ ਦਲ ਦੇ ਨੇੜੇ ਆ ਸਮੇਰ ਸੈਣੀ ਦਾ ਆਣਾ। ਤੇ ਜਿਹੜਾ ਵਾਅਦੇ ਕਰੇ ਸੀਗੇ ਵੀ ਅਸੀਂ ਜੋ ਖਾੜਕੂ ਅੱਤਵਾਦ ਦਾ ਜਿਹੜਾ ਦੌਰ ਸੀਗਾ, ਜਿਵੇਂ ਪੁਲਿਸ ਅਫਸਰਾਂ ਨੇ ਸਿੱਖ ਜਵਾਨਾਂ ਦੀ ਨਸਲਕੁਸ਼ੀ ਕੀਤੀ, ਉਹ ਸਾਰਿਆਂ ਦੀ ਅਸੀਂ ਜਾਂਚ ਕਰਾਵਾਂਗੇ, ਵੱਧ ਅਧਿਕਾਰਾਂ ਦੀ ਗੱਲ ਕਰਾਂਗੇ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਾਂਗੇ, ਸਾਰੀਆਂ ਸ਼ਾਈ ਮਾਈ ਹੋ ਗਈਆਂ। ਈਵਨ ਅਕਾਲ ਤਖਤ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਸ਼ਹਾਦਤ ਹੋਈ ਸੀਗੀ, ਉਹਦੀ ਰਿਪੋਰਟ ਜਿਹੜੀ ADGP ਤਿਆਗੀ ਨੇ ਕੀਤੀ ਸੀਗੀ, ਉਹ ਵੀ ਦਬਾ ਦਿੱਤੀ ਗਈ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ। ਕਿਉਂ ਦਵਾਈ ਗਈ ਸਭ ਦੇ ਸਾਹਮਣੇ ਆ। ਤੇ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਕੋਟਕਪੂਰਾ ਬਾਈਬਲ ਕਾਂਡ ਹੋਇਆ, ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ, ਲੁਧਿਆਣਾ ਕਾਂਡ ਹੋਇਆ, ਸਿੱਖ ਨੌਜਵਾਨ ਮਾਰੇ ਗਿਆ, ਤੇ ਬਟਾਲੇ ਕਾਂਡ ਹੋਇਆ, ਬਟਾਲੇ ਦੇ ਵਿੱਚ ਨੌਜਵਾਨ ਸ਼ਹੀਦ ਹੋਇਆ, ਉਹ ਸਾਰਾ ਸਾਨੂੰ ਪਤਾ। ਮੈਂ ਹੈਰਾਨ ਦੀ ਗੱਲ ਨਹੀਂ ਕਰਦਾ। ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਮੋਦੀ ਆਪਣੇ ਅਨੁਸਾਰ ਸਿਆਸਤ ਕਰ ਰਿਹਾ ਹੈ। ਇਹ ਸਿਆਸਤ ਹੁਣ ਇਹਨਾਂ ਨੇ ਦੇਖਣੀ ਆ, ਅਕਾਲੀ ਦਲਾਂ ਨੇ, ਵੀ ਇਹਨਾਂ ਨੇ ਪੰਥ ਅਨੁਸਾਰ ਚੱਲਣਾ ਹੈ ਜਾਂ ਮੋਦੀ ਅਨੁਸਾਰ ਚੱਲਣਾ ਹੈ। ਪਰ ਇੱਕ ਗੱਲ ਮੈਂ ਜ਼ਰੂਰ ਇੱਥੇ ਗੱਲ ਕਹੂੰਗਾ ਵੀ ਜੇਕਰ ਇਹਨਾਂ ਨੇ ਪੰਥ ਦੀ ਸਿਆਸਤ ਤੋਂ ਪਰਾਂ ਮੂੰਹ ਕਰਿਆ ਤਾਂ ਮੋਦੀ ਜੋਗੇ ਹੀ ਰਹਿ ਜਾਣਗੇ, ਪੰਥ ਤੋਂ ਦੂਰ ਹੋ ਜਾਣਗੇ। ਇਹ ਬਿਲਕੁਲ ਠੀਕ ਹੈ। ਮਠਾੜੂ ਸਾਹਿਬ, ਤੁਸੀਂ ਬਰਾੜ ਸਾਹਿਬ ਦੀ ਗੱਲਬਾਤ ਸੁਣੀ ਹੈ ਤੇ ਇਹਦੇ ਵਿੱਚ ਉਹਨਾਂ ਨੇ ਕਾਫੀ ਕੁਝ ਇੰਕਸ਼ਾਫ ਵੀ ਕੀਤਾ ਹੈ ਤੇ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਇਹ ਅਕਾਲੀ ਦਲ ਨੇ ਦੇਖਣਾ ਕਿ ਅਸਲ ਦੇ ਵਿੱਚ ਚੱਲਣਾ ਕਿਵੇਂ ਹੈ। ਤੇ ਅਕਾਲੀ ਦਲ ਵੀ ਕਈ ਵਾਰ ਦੇਖਿਆ ਕਿ ਲਗਾਤਾਰ ਮੋਦੀ ਉਹਨਾਂ ਦੇ ਜਾਂ NDA ਦੇ ਵਿੱਚ ਜਾਣ ਲਈ ਉਤਾਵਲਾ ਹੋ ਜਾਂਦਾ ਹੈ। ਤੇ ਕਈ ਵਾਰ ਗੱਲਾਂ ਬਾਤਾਂ ਆਈਆਂ ਨੇ ਕਿ ਅਸੀਂ ਭਾਜਪਾ ਦੇ ਨਾਲ ਗੱਠਜੋੜ ਕਰ ਰਹੇ ਹਾਂ। ਤੇ ਹੁਣ ਜਿਹੜਾ ਹੈ ਅਕਾਲੀ ਦਲ ਦਾ ਕੀ ਸਟੈਂਡ ਹੈ? ਮੈਂ ਪਹਿਲੀ ਗੱਲ ਤਾਂ ਦਰਸ਼ਕ ਜੀ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਕਿਸੇ ਸੀਨੀਅਰ ਲੀਡਰ ਦਾ ਕਿਸ ਦਿਨ ਬਿਆਨ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋ ਰਿਹਾ? ਜਾਂ BJP ਦੇ ਅਮਿਤ ਸ਼ਾਹ ਦਾ ਜਾਂ ਨਰਿੰਦਰ ਮੋਦੀ ਦਾ ਕਿਸ ਦਿਨ ਫੋਨ ਆਇਆ, ਕਿਸ ਦਿਨ ਜਿਹੜੀ ਹੈਗੀ ਸਟੇਟਮੈਂਟ ਆਈ ਆ ਵੀ ਸਮਝੌਤਾ ਰਿਹਾ? ਇਹ ਮੀਡੀਆ ਦੀਆਂ ਕ੍ਰੀਏਟ ਕੀਤੀਆਂ ਹੋਈਆਂ ਗੱਲਾਂ ਤੇ ਵਿਰੋਧੀਆਂ ਦੀਆਂ ਕ੍ਰੀਏਟ ਕੀਤੀਆਂ ਗੱਲਾਂ, ਕਿਉਂਕਿ ਵਿਰੋਧੀ ਇਹ ਹਊਆ ਬਣਾ ਕੇ ਰੱਖਣਾ ਚਾਹੁੰਦੇ ਆ ਵੀ ਇਹ ਤਾਂ ਜੀ BJP ਨਾਲ ਨੇ ਤਾਂ ਕਿ ਸਿੱਖ ਵੋਟ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾ ਜੁੜ ਸਕੇ। ਇੱਕ ਗੱਲ। ਦੂਜੀ ਗੱਲ, ਅੱਜ ਮੈਂ ਇੱਕ ਗੱਲ ਕਲੀਅਰ ਕਰਨੀ ਚਾਹਾਂਗਾ। ਮੈਂ ਇੰਟਰਵਿਊ ਸੁਣ ਰਿਹਾ ਸੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ, ਅੱਜ ਹੀ ਕਿਸੇ ਪੱਤਰਕਾਰ ਵੀਰ ਨੇ ਪੁੱਛਿਆ, ਕਹਿੰਦੇ ਢੀਂਡਸਾ ਸਾਹਿਬ ਕੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ, ਉਹਨਾਂ ਦਾ ਸਮਝੌਤਾ BJP ਨਾਲ ਹੋ ਸਕਦਾ? ਉਹ ਕਹਿੰਦੇ ਨਹੀਂ, ਜਿੰਨਾ ਚਿਰ ਸੁਖਬੀਰ ਬਾਦਲ ਪ੍ਰਧਾਨ ਹੈ ਸਮਝੌਤਾ ਕਦੇ ਹੋ ਹੀ ਨਹੀਂ ਸਕਦਾ। ਫਿਰ ਇਹ ਗੱਲ ਦਾ ਆਪਾਂ ਕੀ ਅਰਥ ਕੱਢੀਏ ਕਿ ਅਸੀਂ ਸਮਝੌਤਾ ਕਰਨਾ ਹੈ? ਢੀਂਡਸਾ ਸਾਹਿਬ ਉਤਾਵਲੇ ਆ, ਸਮਝੌਤਾ ਇਹਨਾਂ ਦਾ ਹੋ ਚੁੱਕਿਆ। ਇਹਨਾਂ ਦੀ ਆਪ ਦੀ ਵਾਰਡਿੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਉਹਨਾਂ ਚਿਰ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ। ਇਹਦਾ ਮਤਲਬ ਕੱਢ ਲਓ, ਤੁਸੀਂ ਸੀਨੀਅਰ ਜਰਨਲਿਸਟ ਹੋ, ਬੜੇ ਵਧੀਆ ਪੱਤਰਕਾਰ ਹੋ, ਇਹਦਾ ਮਤਲਬ ਕੱਢ ਲਓ ਕੀ ਬਣਦਾ ਕਿ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ? ਮੈਨੂੰ ਤਾਂ ਸਟੈਂਡ ਲੈਣ ਦੀ ਜ਼ਰੂਰਤ ਹੀ ਨਹੀਂ ਹੈ। ਸਾਡਾ ਸਟੈਂਡ ਤਾਂ ਢੀਂਡਸਾ ਸਾਹਿਬ ਲਈ ਜਾਂਦੇ ਆ, ਮੈਨੂੰ ਸਟੈਂਡ ਲੈਣ ਦੀ ਤਾਂ ਜ਼ਰੂਰਤ ਹੀ ਨਹੀਂ ਪੈਣੀ। ਢੀਂਡਸਾ ਸਾਹਿਬ ਨੇ ਕਲੀਅਰ ਤਾਂ ਕਰਤਾ, ਆਪਣੇ ਇੰਟਰਵਿਊ ਸੁਣ ਲਓ, ਇੰਟਰਵਿਊ ਦੇ ਵਿੱਚ ਕਲੀਅਰ ਕਿਹਾ ਉਹਨਾਂ ਨੇ, ਕਹਿੰਦੇ ਫਿਰ ਪ੍ਰਧਾਨ ਤਾਂ ਸਾਡਾ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਆ ਸ਼੍ਰੋਮਣੀ ਅਕਾਲੀ ਦਲ ਦਾ, ਉਹਨੂੰ ਤਾਂ ਹਲੇ ਤੱਕ ਕਿਸੇ ਨੇ ਬਦਲਿਆ ਨਹੀਂ, ਕੋਈ ਚੋਣ ਨਹੀਂ ਹੋਈ, ਹਲੇ ਤੱਕ ਰਹਿਣਾ ਹੈ। ਤੇ ਉਹ ਫਿਰ ਸਟੈਂਡ ਤਾਂ ਸਾਡਾ ਢੀਂਡਸਾ ਸਾਹਿਬ ਨੇ ਸਪਸ਼ਟ ਕਰਤਾ, ਇਹਦੇ ਚ ਕੋਈ ਬਾਹਲਾ ਸਟੈਂਡ ਦੇਣ ਵਾਲੀ ਕੋਈ ਗੱਲ ਰਹੀ ਨਹੀਂ ਸਾਡੀ। ਮੇਰੇ ਨਾਲ ਠੀਕ ਹੈ। ਅਮਰਿੰਦਰ ਸਿੰਘ ਜੀ, ਤੁਸੀਂ ਬਰਾੜ ਸਾਹਿਬ ਦੀ ਗੱਲਬਾਤ ਸੁਣੀ ਹੈ ਤੇ ਮਠਾੜੂ ਸਾਹਿਬ ਦੀ ਗੱਲ ਸੁਣੀ ਹੈ ਤੇ ਇਹਦੇ ਵਿੱਚ ਬੇਸ਼ੱਕ ਢੀਂਡਸਾ ਸਾਹਿਬ ਮੋਦੀ ਸਾਹਿਬ ਦੇ ਨੇੜੇ ਜਾ ਰਹੇ ਨੇ ਜਾਂ ਆਪਾਂ NDA ਦੇ ਵਿੱਚ ਜਾ ਰਹੇ ਨੇ,
ਪਰ ਤੁਸੀਂ ਇਹ ਵੀ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਅਕਾਲੀ ਲੀਡਰਸ਼ਿਪ ਨੂੰ RSS ਦੀਆਂ ਲੀਹਾਂ ਤੇ ਚਲਾਉਣਾ ਚਾਹੁੰਦੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਤੇ ਇਸ ਸਭ ਕੁਝ ਦੇ ਬਾਵਜੂਦ ਤੁਸੀਂ ਫਿਰ ਵੀ ਜਿਹੜਾ ਹੈ NDA ਦੇ ਨਾਲ ਗੱਠਜੋੜ ਰੱਖਣਾ ਚਾਹ ਰਹੇ ਹੋ। ਜਿਹੜੀ ਵਿਰਾਟ ਸਾਹਿਬ ਦਾ ਜਿਹੜਾ ਦਰਦ ਹੈ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਕਿ ਉਹ ਦਰਦ ਪੰਥ ਦਾ ਦਰਦ ਉਹ ਗੱਲ ਕਰ ਰਹੇ ਆ, ਪੰਥ ਦਾ ਜਿਹੜਾ ਦਰਦ ਹੈ ਉਸ ਦੀ ਉਹ ਗੱਲ ਕਰ ਰਹੇ ਆ। ਉਹ ਦਰਦ ਜਿਹੜਾ ਹੈਗਾ ਉਹ ਵਾਕਈ ਹੀ ਖੜਾ ਹੈ ਤੇ ਪੰਥ ਉਸ ਗੱਲ ਤੋਂ ਪੀੜਿਤ ਹੈ। ਜੇ ਉਹ ਦਰਦ ਨਾ ਹੁੰਦਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬਿਲਕੁਲ ਆਪਣੀ ਉਹਦੇ ਵਿੱਚ ਹੁੰਦਾ, ਆਪਣੇ ਜੋਬਨ ਤੇ ਹੁੰਦਾ, ਲੇਕਿਨ ਉਹ ਦਰਦ ਦੀ ਵਜ੍ਹਾ ਹੀ ਹੈ ਕਿ ਅੱਜ ਲੋਕਾਂ ਨੇ, ਸਿੱਖ ਸੰਗਤ ਨੇ ਜਾਂ ਪੰਥ ਨੇ ਅਕਾਲੀ ਦਲ ਤੋਂ ਆਪਣੀ ਜਿਹੜਾ ਮੁੱਖ ਹੈ ਉਹ ਮੋੜ ਲਿਆ। ਤੇ ਦੂਸਰੀ ਗੱਲ, ਮਠਾਰੂ ਸਾਹਿਬ ਕਹਿ ਰਹੇ ਕਿ ਜੀ ਸਾਡਾ ਤਾਂ ਕੋਈ ਬੰਦਾ ਨਹੀਂ ਕਹਿ ਰਿਹਾ ਕਿ ਬਈ ਅਸੀਂ BJP ਨਾਲ ਕਰਨਾ ਰਾਜੀਨਾਮਾ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਇੰਨੀਆਂ ਸਟੇਟਮੈਂਟਾਂ ਦੇ ਚੁੱਕੇ ਕਿ ਸਾਡੀ ਗੱਲਬਾਤ ਚੱਲ ਰਹੀ ਹੈ, ਸਾਡਾ ਮੰਤਰੀ ਬਣਨ ਵਾਲਾ ਹੈ। ਰਾਜਨਾਥ ਸਿੰਘ ਆ ਕੇ ਕਹਿ ਗਿਆ ਕਿ ਸਾਡੀ ਗੱਲਬਾਤ ਇਹਨਾਂ ਦੇ ਨਾਲ ਨਿਬੜਨ ਵਾਲੀ ਹੈ। ਚੰਡੀਗੜ੍ਹ ਦੇ ਵਿੱਚ ਕਹਿ ਗਿਆ, ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਾਂ 'ਚ ਕਹਿ ਗਿਆ। ਸੋ ਜ਼ੋਰ ਇਹਨਾਂ ਨੇ ਪੂਰਾ ਲਾਇਆ ਹੋਇਆ ਹੈ। ਇਹਨਾਂ ਨੇ ਵੱਡੇ ਡਿਪਲੋਮੈਟ ਵੀ ਪਾਏ ਹੋਏ ਆ, ਕਿਸੇ ਵਿਦੇਸ਼ੀ ਡਿਪਲੋਮੈਟ ਵੱਡੇ ਉੱਚ ਪੱਧਰ ਦੇ, ਉਹਨਾਂ ਦੇ ਰਾਹੀਂ ਵੀ ਗੱਲਬਾਤ ਨਿਬੇੜਨ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਇਹਨਾਂ ਨੂੰ ਉੱਥੇ ਉਹ ਅਕਮੋਡੇਟ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਜਦੋਂ ਵੋਟ ਹੀ ਨਹੀਂ ਹੈ ਤੁਹਾਡੇ ਨਾਲ, ਉਹ ਤਾਂ ਵੋਟ ਦੇ ਮਗਰ ਚੱਲ ਰਹੇ ਆ ਕਿ ਵੀ ਜਿਸ ਬੰਦੇ ਜਿਹੜਾ ਬੰਦੇ 'ਚ ਵੋਟ ਦੀ ਕੈਪੈਸਿਟੀ ਹੈਗੀ ਹੈ, ਜਿਸ ਸੇ ਉਹਨਾਂ ਨੂੰ ਉਮੀਦ ਹੈ ਕਿ ਵੀ ਇਸ ਬੰਦੇ ਨੂੰ ਆਪਾਂ ਖੜਾ ਕਰਾਂਗੇ ਤੇ ਲੋਕੀ ਮੰਨ ਸਕਦੇ ਆ। ਉਹਨਾਂ ਦਾ ਕੌਨਫੀਡੈਂਸ ਜਿਹੜਾ ਹੈਗਾ ਸੁਖਬੀਰ ਬਾਦਲ ਤੇ ਹਿਲ ਚੁੱਕਿਆ ਹੈ ਤੇ ਉਹਨਾਂ ਦੇ ਕੋਲ ਜਿਹੜੀਆਂ ਰਿਪੋਰਟਾਂ ਹੈਗੀਆਂ ਉਹਨਾਂ ਨੂੰ ਇਹ ਵੀ ਦਿਖ ਰਿਹਾ ਕਿ ਫਿਊਚਰ ਦੇ ਵਿੱਚ ਵੀ ਕੁਝ ਨਹੀਂ ਹੈ। ਜੇਕਰ ਭਾਰਤ ਸਰਕਾਰ ਜਾਂ ਕੋਈ RSS ਜਾਂ BJP ਅਮਰਿੰਦਰ ਸਿੰਘ ਜੀ ਮੇਰੀ ਇਹ ਗੱਲ ਕਹੀ ਹੈ, ਇੱਕ ਮਿੰਟ ਮਠਾਰੂ ਸਾਹਿਬ, ਅਮਰਿੰਦਰ ਸਿੰਘ ਜੀ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਹੈ ਜਾਂ ਮੋਦੀ ਸਾਹਿਬ ਹੈ ਇਹ ਦੇਖ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਕੋਲ ਵੋਟ ਹੈ ਨਹੀਂ ਹੈ, ਤੇ ਕੀ ਢੀਂਡਸਾ ਸਾਹਿਬ ਕੋਲ ਵੋਟ ਹੈ? ਸ਼ਾਇਦ ਦੁਬਾਰਾ ਸੁਰਜੀਤ ਕਰ ਲੈਣ ਅਕਾਲੀ ਦਲ ਨੂੰ, ਵਾਪਸ ਅਕਾਲੀ ਦਲ ਮਾੜਾ ਮੋਟਾ ਖੜਾ ਹੋ ਜਾਏ ਤੇ ਭਾਰਤੀ ਜਨਤਾ ਪਾਰਟੀ ਦਾ ਇੱਥੇ ਕੁਝ ਬਣ ਜਾਏ। ਉਹ ਇੱਕ ਨਵਾਂ ਦਾ ਖੇਡਣਾ ਚਾਹੁੰਦੇ ਆ ਤੇ ਇਹ ਫਿਊਚਰ ਦੱਸੇਗਾ। ਜੇਕਰ ਅਕਾਲੀ ਦਲ ਸੰਯੁਕਤ ਜਿਹੜਾ ਹੈਗਾ ਪੰਥਕ ਲੀਹਾਂ ਦੇ ਵਿੱਚ, ਪੰਥਕ ਜਿਹੜਾ ਵੋਟ ਬੈਂਕ ਹੈ ਉਸ ਨੂੰ ਮਾੜਾ ਮੋਟਾ ਕੌਨਫੀਡੈਂਸ ਦੇ ਵਿੱਚ ਲੈਣ ਦੇ ਵਿੱਚ ਕਾਮਯਾਬ ਹੋਏਗਾ ਤਾਂ ਕੁਝ ਅੱਗੇ ਫਿਊਚਰ 'ਚ ਦਿਖ ਜਾਏਗਾ ਸਾਨੂੰ। ਸਾਡੀ ਕੋਸ਼ਿਸ਼ ਜਾਰੀ ਹੈ ਕਿ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਬਈ ਇਸ ਤੋਂ ਬਿਨਾਂ ਸਾਨੂੰ ਕੋਈ ਰਸਤਾ ਦਿਖ ਨਹੀਂ ਰਿਹਾ। ਜੇ ਇੰਡੀਅਨ ਪੋਲਿਟਿਕਸ ਦੇ ਵਿੱਚ ਅਸੀਂ ਕਿੱਥੇ ਖੜੇ ਹਾਂ, ਸਾਨੂੰ ਮਤਲਬ ਅਕਾਲੀ ਦਲ ਨੇ ਕਿੱਥੇ ਪਹੁੰਚਾਤਾ। ਹੁਣ ਸੁਖਬੀਰ ਬਾਦਲ ਦੀ ਗੱਲ ਕਰ ਰਹੇ ਹਾਂ, ਵਾਰਿਸ ਦੀ ਗੱਲ ਕਰ ਰਹੇ ਹਾਂ, ਮੋਦੀ ਸਾਹਿਬ ਦੀ ਸ਼ਬਦਾਵਲੀ ਕੀ ਆ ਉਹ ਮੈਂ ਨਹੀਂ ਕਹਿੰਦਾ, ਪਰ ਸੁਖਬੀਰ ਬਾਦਲ ਤਾਂ ਆਪਣੇ ਮੁੰਡੇ ਨੂੰ ਲਿਆ ਕੇ ਉਹਨਾਂ ਨੇ ਸਟੇਜ ਤੇ ਖੜਾਤਾ ਕਿ ਤੁਹਾਡਾ ਅਗਲਾ ਵਾਰਿਸ ਇਹ ਹੈ, ਇਹ ਸਾਂਭੇਗਾ ਅਗਲੀ ਬਾਗਡੋਰ। ਸੋ ਇਦਾਂ ਦੀ ਜਦੋਂ ਮਾਨਸਿਕਤਾ ਹੈਗੀ ਹੈ ਤੇ ਇਹ ਬਸਤੇ ਹੁਣ ਉਹਦੇ ਬੱਚੇ ਦੇ ਵੀ ਚੱਕਣਗੇ ਅੱਗੇ ਫਿਊਚਰ ਲਈ ਉਹਨਾਂ ਨੇ ਖੜਾ ਕਰਤਾ ਹੈ। ਸੋ ਇਹ ਤਾਂ ਮਤਲਬ ਜਗ ਜਾਹਰ ਪਬਲਿਕ ਦੇ ਵਿੱਚ ਇਹ ਗੱਲਾਂ ਹੈਗੀਆਂ। ਸੋ ਇਸੇ ਕਰਕੇ ਜਿਹੜਾ ਇਸਤਰੀ ਅਕਾਲੀ ਦਲ ਹੈ ਉਹਦਾ ਆਪਾਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਸਤਰੀ ਅਕਾਲੀ ਦਲ ਦੇ ਵੱਡੀ ਲੀਡਰਸ਼ਿਪ ਜਿਹੜੀ ਆ ਹਿੱਲ ਰਹੀ ਹੈ। 2 XMLA ਚਲੇ ਗਏ, 2 SCPC ਦੇ ਮੈਂਬਰ ਚਲੇ ਗਏ, ਹੋਰ ਵੱਡੀਆਂ ਜਿਹੜੀਆਂ ਲੀਡਰਸ ਹੈਗੀਆਂ ਚਲੀਆਂ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੂਸਰਾ ਜਨਰਲ ਅਕਾਲੀ ਦਲ ਹੈ ਉਹਦੇ ਵਿੱਚੋਂ ਵੀ ਵੱਡੀਆਂ ਤੁਹਾਨੂੰ ਦਿਖਣਗੇ ਕਿ ਵੀ ਲੋਕੀ ਕਿਵੇਂ ਛੱਡ ਕੇ ਜਾਣਗੇ। ਕਿਉਂਕਿ ਜਿਹੜਾ ਚੀਜ਼ ਦੇ ਫਿਊਚਰ ਹੀ ਨਹੀਂ ਹੈ, ਆਖਰ ਉਹ ਪੋਲਿਟਿਕਸ 'ਚ ਹੈਗੇ ਬੰਦੇ, ਉਹਨਾਂ ਨੂੰ ਪਾਵਰ ਦਾ ਫਿਊਚਰ ਹੀ ਨਹੀਂ ਦਿਖ ਰਿਹਾ, ਉੱਥੇ ਕਿਉਂ ਰਹਿਣਗੇ ਉਹ? ਸੋ ਇਸ ਕਰਕੇ ਉਹ ਬੰਦੇ ਸਾਰੇ ਇੱਧਰ ਆ ਜਾਣਗੇ, ਆਪਾਂ ਦੇਖਾਂਗੇ। ਮਠਾਰੂ ਸਾਹਿਬ ਤੁਸੀਂ ਜਵਾਬ ਦੇਣਾ ਚਾਹੁੰਦੇ ਸਿਰਫ ਕੁਝ ਮਿੰਟਾਂ ਦੇ ਮਤਲਬ 1 ਮਿੰਟ ਦੇ ਵਿੱਚ ਤੁਸੀਂ ਜਵਾਬ, ਉਸ ਤੋਂ ਬਾਅਦ ਅਸੀਂ ਡਾਕਟਰ ਕੇਰ ਸਿੰਘ ਕੋਲ ਜਾਣਾ। ਹਾਂਜੀ, ਮੇਰਾ ਜਵਾਬ ਲੈ ਲਓ। ਇਹ ਪਰਿਵਾਰਵਾਦ ਦੀ ਗੱਲ ਕਰਦੇ ਆ, ਸੁਖਬੀਰ ਸਿੰਘ ਬਾਦਲ ਦੇ ਪੁੱਤਰ ਦੀ ਗੱਲ ਕਰਦੇ ਆ। ਢੀਂਡਸਾ ਸਾਹਿਬ ਦਾ ਪੁੱਤਰ ਮੰਤਰੀ ਰਹਿ ਲਿਆ, ਢੀਂਡਸਾ ਸਾਹਿਬ ਦੇ ਜਵਾਈ ਨੂੰ ਟਿਕਟ ਮਿਲ ਲਈ, ਚੇਅਰਮੈਨੀਆਂ ਇਹਨਾਂ ਨੇ ਹੰਡਾ ਲੀਆਂ। ਔਰ ਤੁਸੀਂ ਗੱਲ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਬਾਦਲ ਸਾਹਿਬ ਉਹ ਤਾਂ ਜਿੱਤੇ ਹੋਏ ਨੁਮਾਇੰਦੇ ਆ। ਢੀਂਡਸਾ ਸਾਹਿਬ ਨੂੰ ਕਹੋ ਨਾ ਮਸਤੂਆਣਾ ਟਰਸਟ ਨੂੰ ਛੱਡ ਦੇਣ, ਉਹਦਾ ਛੱਡ ਦੇਣ ਨਾ, ਉਹ ਕਹਿਣ ਮੈਂ ਅਸਤੀਫਾ ਦੇਤਾ ਜੀ, ਟਰਸਟ ਕਿਸੇ ਹੋਰ ਨੂੰ ਸੰਭਾਲ ਦੇਣ। ਪਰਿਵਾਰਵਾਦ ਦੀਆਂ ਤੁਸੀਂ ਗੱਲਾਂ ਕਰਦੇ ਹੋ। ਤੁਸੀਂ ਹਾਲੇ ਕਹਿੰਦੇ ਵੀ ਅਸੀਂ BJP ਨਾਲ ਰਲ ਕੇ ਅਕਾਲੀ ਦਲ ਨੂੰ ਕਾਮਯਾਬ ਕਰਨਾ ਹੈ। ਉਹ ਯਾਰ ਮਾੜਾ ਮੋਟਾ ਗੱਲਾਂ ਕਰਦੇ ਹੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀਆਂ, ਆਪ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ BJP ਨੇ ਸਾਨੂੰ ਕਾਮਯਾਬ ਕਰਨਾ ਹੈ। ਗੱਲ ਨਾਲ ਕਰਦੇ ਆ ਦਰਸ਼ਕ ਜੀ ਪੰਥ ਦੀ, ਕਹਿੰਦੇ ਪੰਥ, ਕਹਿੰਦੇ ਫਿਰ ਪਾਵਰ ਕਿਵੇਂ ਆਊਗੀ? ਭੁੱਖ ਤਾਂ ਪਾਵਰ ਦੀ ਹੈ ਨਾ, BJP ਨਾਲ ਲੜ ਕੇ ਪਾਵਰ ਦੀ ਭੁੱਖ ਤੁਹਾਨੂੰ ਹੈ। ਗੱਲਾਂ ਕਰਦੇ ਹੋ ਸਾਡੇ ਬਾਰੇ, ਸ਼੍ਰੋਮਣੀ ਅਕਾਲੀ ਦਲ ਬਾਰੇ, ਮਾੜਾ ਮੋਟਾ ਗੱਲ ਕਰਿਆ ਕਰੋ। ਠੀਕ ਹੈ ਡਾਕਟਰ ਕੇ ਸਿੰਘ ਜੀ, ਪੰਜਾਬ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਵੱਡੀ ਲੋੜ ਖੇਤਰੀ ਪਾਰਟੀ ਦੀ ਹੈ। ਖੇਤਰੀ ਪਾਰਟੀ ਅਕਾਲੀ ਦਲ ਦਾ, ਅਕਾਲੀ ਦਲ ਇਸ ਸਮੇਂ ਜਿਹੜਾ ਬਿਖਰ ਚੁੱਕਾ ਹੈ ਤੇ ਬਿਖਰਨ ਕਰਕੇ ਬਹੁਤ ਵੱਡੀ ਸਮੱਸਿਆ
ਖੜੀ ਹੋਈ ਹੈ ਤੇ ਜਿਵੇਂ ਅਕਾਲੀ ਦਲ ਸੰਯੁਕਤ ਬਣ ਗਿਆ, ਕਈ ਹੋਰ ਅਕਾਲੀ ਦਲ ਕਈ ਹਿੱਸਿਆਂ ਦੇ ਵਿੱਚ ਵੰਡੇ ਗਏ ਆ। ਤੇ ਇਸ ਤੋਂ ਇਲਾਵਾ ਅਕਾਲੀ ਲੀਡਰਸ਼ਿਪ ਨੇ ਬਹੁਤ ਸਾਰੀਆਂ ਗਲਤੀਆਂ ਵੀ ਕੀਤੀਆਂ, ਜਿਹਦੇ ਕਾਰਨ ਇਹ ਜਿਹੜੇ ਇਹਦੀ ਲੀਡਰਸ਼ਿਪ ਅਲੱਗ ਥਲੱਗ ਪਈ ਹੋਈ ਹੈ ਤੇ ਇਸ ਦੇ ਵਰਕਰ ਵੀ ਅਲੱਗ ਥਲੱਗ ਪਏ। ਤੁਸੀਂ ਕੀ ਸੁਜੈਸਟ ਕਰਨਾ ਚਾਹੋਗੇ ਕਿ ਇੱਕ ਜਿਹੜੀ ਹੈ ਇੱਥੇ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੁਝ ਹੋਣਾ ਚਾਹੀਦਾ? ਕੀ ਉਸ ਨੂੰ ਜਿਸ ਤਰੀਕੇ ਨਾਲ ਦੋ ਜਿਹੜੇ ਗੱਠਜੋੜ ਬਣੇ ਨੇ, ਇੰਡੀਆ ਬਣਿਆ ਤੇ ਐਨਡੀਏ ਚੱਲ ਰਿਹਾ, ਇਹਨਾਂ ਵਿੱਚ ਰਲ ਦੀ ਲੋੜ ਹੈ ਕਿ ਇਕੱਲਿਆਂ ਹੀ ਚੱਲਣਾ ਚਾਹੀਦਾ ਹੈ? ਸ਼ਿਕ ਜੀ, ਮੈਂ ਦੋ ਤਿੰਨ ਜਿਹੜੀਆਂ ਮੇਰੇ ਸਾਥੀ ਬੁਲਾਰਿਆਂ ਨੇ ਗੱਲਾਂ ਕਹੀਆਂ ਉਹਨਾਂ ਬਾਰੇ ਕੁਛ ਮੇਰੇ ਕੋਲ ਜਾਣਕਾਰੀ ਹੈ, ਜਿਹੜੀ ਥੋੜੀ ਜਿਹੀ ਇਹਨਾਂ ਕੋਲ ਜੋ ਜਾਣਕਾਰੀ ਉਹ ਭਿੰਨ ਹੈ। ਖਾਸ ਕਰਕੇ ਬਰਾੜ ਸਾਹਿਬ ਨੂੰ ਮੁਖਾਤਬ ਹੋ ਕੇ ਕਹਿਣਾ ਚਾਹੁੰਦਾ ਹੈ ਕਿ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਕਾਰਜਕਾਰੀ ਜਥੇਦਾਰ ਸੀਗੇ, ਮੈਨੂੰ ਉਹਨਾਂ ਦੀ ਨੇੜਤਾ ਬਹੁਤ ਕਰੀਬੀ ਹੋ ਕੇ ਵਿਚਰਨ ਦਾ ਮੌਕਾ ਮਿਲਿਆ। ਔਰ ਜੋ ਉੱਥੇ ਅੰਮ੍ਰਿਤਸਰ ਸਾਹਿਬ ਜਦੋਂ ਇਕੱਠ ਹੋਇਆ ਸੀਗਾ, ਅਕਾਲੀ ਦਲ ਅੰਮ੍ਰਿਤਸਰ ਬਣਾਉਣ ਦਾ ਜੋ ਐਲਾਨਨਾਮਾ ਹੋਇਆ, ਉਹ ਸਾਰੇ ਵਰਤਾਰੇ ਨੂੰ ਮੈਂ ਬਹੁਤ ਨੇੜਿਓਂ ਦੇਖਿਆ ਤੇ ਉਹਦੇ ਵਿੱਚ ਵਿਚਰਿਆ ਹੋਇਆ। ਜਿਸ ਕਿਸਮ ਦਾ ਇਹ YouTube ਤੇ ਔਰ ਜਿਸ ਕਿਸਮ ਦਾ ਗੱਪ ਗਪੌੜ ਆ ਰਹੇ, ਉੱਤੇ ਭਰੋਸਾ ਕਰਨ ਦੀ ਲੋੜ ਨਹੀਂ। ਇਹੋ ਜਿਹਾ ਉੱਥੇ ਕੁਛ ਨਹੀਂ ਸੀ ਹੋਇਆ ਕਿ ਮਨਜੀਤ ਸਿੰਘ ਹੋਣਾ ਨੂੰ ਉੱਥੇ ਬਾਥਰੂਮ ਛੁਪਣਾ ਪਿਆ ਜੀ, ਉੱਥੇ ਠੁੱਡੇ ਮਾਰੇ, ਇਹ ਹੋਇਆ ਉਹ ਹੋਇਆ। ਮੈਂ ਨਿੱਜੀ ਉੱਥੇ ਹਾਜ਼ਰ ਸੀ, ਉਹ ਕਿਸੇ ਹੋਰ ਥਾਂ ਦੀ ਗੱਲ ਹੋ ਰਹੀ ਹੈ। ਇਹ ਗਪੌੜ, ਇਹ ਜੋ ਆਮ ਆਉਂਦੇ ਹੈ ਵੀਡੀਓਜ਼, ਇਹ ਸੱਚ ਨਹੀਂ ਹੈ। ਇੱਕ ਤੇ ਮੈਂ ਇਹ ਕਹਿਣਾ ਚਾਹੁੰਦਾ ਸੀ। ਦੂਸਰੀ ਗੱਲ ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪੰਥ ਦਾ ਵਾਰਿਸ ਨਹੀਂ ਹੈ, ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਉਹ ਦਾਅਵਾ ਕਰਦਾ ਹੈ। ਪੰਥ ਉਹ ਆਧਾਰ ਹੈ ਸ਼੍ਰੋਮਣੀ ਅਕਾਲੀ ਦਲ ਦਾ। ਪਿਛਲੇ ਕਾਫੀ ਸਮੇਂ ਤੋਂ ਪੰਥਕ ਵਿਚਾਰਧਾਰਾ ਨਾਲੋਂ ਅਕਾਲੀ ਦਲ ਜਿਹੜਾ ਹੈ ਉਹਦਾ ਵਿੱਥ ਪੈ ਚੁੱਕੀ ਹੋਈ ਹੈ। ਆਪਾਂ ਨੂੰ ਪਤਾ ਹੈ ਕਿ ਪੰਜਾਬੀ ਪਾਰਟੀ ਬਣ ਗਿਆ 1996 ਤੋਂ ਬਾਅਦ, ਤੇ ਪੰਥਕਤਾ ਪਹਿਲੇ ਨੰਬਰ ਤੇ ਨਹੀਂ ਹੈ। ਪੰਥਕਤਾ ਹੁਣ ਦੋਵੇਂ ਦਰਜੇ ਦੀ ਹੈ। ਉਹ ਆਪਾਂ ਨੂੰ ਪਤਾ ਕਿ ਸਿਧਾਂਤਕ ਪੈਂਤੜਾ ਅੱਡ ਹੋ ਗਿਆ ਹੋਇਆ। ਹੁਣ ਇਸ ਕਿਸਮ ਦਾ ਜੋ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਵੇਲੇ ਹੈ, ਉਹਦੇ 'ਚ ਭੰਬਲ ਭੂਸਾ ਹੈ। ਆਪਾਂ ਨੂੰ ਪਤਾ ਉਹਦੀ ਲੀਡਰਸ਼ਿਪ ਬਾਰੇ ਵੀ ਪ੍ਰਸ਼ਨ ਚਿੰਨ੍ਹ ਹਨ, ਪਰ ਇਹਦਾ ਇਹ ਨਹੀਂ ਹੈ ਹੱਲ ਜਿਸ ਢੰਗ ਨਾਲ ਟੁੱਟ ਭੱਜ ਹੁੰਦੀ ਹੈ। ਇੱਕ ਲੀਡਰ ਅੱਡ ਹੋ ਗਿਆ, ਦੂਸਰਾ ਅੱਡ ਹੋ ਗਿਆ, ਫਿਰ ਆ ਗਿਆ। ਆਪਾਂ ਨੂੰ ਪਤਾ ਕਿ ਮਾਝੇ ਵਾਲੇ ਲੀਡਰ ਵੀ ਅੱਡ ਹੋਏ ਸੀ, ਢੀਂਡਸਾ ਸਾਹਿਬ ਦੇ ਨਾਲ ਚਲੇ ਗਏ ਸੀ, ਉਹ ਮੁੜ ਕੇ ਫਿਰ ਅਕਾਲੀ ਦਲ ਦੇ ਵਿੱਚ ਆ ਗਏ। ਇਹ ਟੁੱਟ ਭੱਜ, ਇੱਕ ਅੱਧਾ ਲੀਡਰ ਚਲਾ ਗਿਆ, ਉੱਧਰ ਚਲਾ ਗਿਆ, ਫਿਰ ਇਸ ਤਰ੍ਹਾਂ ਦੀ ਹੁੰਦੀ ਰਹਿੰਦੀ ਹੈ। ਅਸਲ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਕਿਹਦੇ ਕੋਲ ਹੈ, ਇਹਦਾ ਨਤਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਵਿੱਚ ਹੋਣਾ। ਉਹ ਓਵਰਡਿਊ ਹੈ, ਬੜਾ ਚਿਰ ਹੋ ਗਿਆ ਕਿ ਉਹ ਬਹੁਤ ਪੁਰਾਣੀਆਂ ਚੋਣਾਂ ਹੋਈਆਂ। ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੁਬਾਰਾ ਨਹੀਂ ਹੁੰਦੀਆਂ, ਉਹਦੇ ਵਿੱਚ ਨਤਾਰਾ ਹੋਣਾ ਹੈ ਕਿ ਕਿਹੜੀ ਲੀਡਰਸ਼ਿਪ ਨੂੰ ਪੰਥ ਪ੍ਰਵਾਨ ਕਰਦਾ ਜਾਂ ਸਿੱਖ ਸਮਾਜ ਪ੍ਰਵਾਨ ਕਰਦਾ। ਉਹਨਾਂ ਚਿਰ ਇਹ ਭੰਬਲ ਭੂਸਾ ਰਹਿਣਾ ਹੀ ਰਹਿਣਾ। ਜਿੱਥੋਂ ਤੱਕ ਤੁਸੀਂ ਖੇਤਰੀ ਪਾਰਟੀ ਦੀ ਗੱਲ ਕਰਦੇ ਹੋ, ਜਿਸ ਕਿਸਮ ਦਾ ਬੀਜੇਪੀ ਦਾ ਰਵੱਈਆ ਹੈਗਾ ਖੇਤਰੀ ਪਾਰਟੀਆਂ ਬਾਰੇ, ਉਹ ਦਰਸ਼ਕ ਜੀ ਆਪਾਂ ਨੂੰ ਬਹੁਤ ਸਪਸ਼ਟ ਹੈ। ਉਹ ਜਿਸ ਵੀ ਖੇਤਰੀ ਪਾਰਟੀ ਦੇ ਨਾਲ ਸੰਬੰਧ ਬੀਜੇਪੀ ਨੇ ਬਣਾਇਆ, ਉਹਨੂੰ ਖੋਰਾ ਹੀ ਲਾਇਆ, ਉਹਨੂੰ ਕਮਜ਼ੋਰ ਹੀ ਕੀਤਾ। ਇਹ ਗੱਲ ਵੱਖਰੀ ਹੈ ਕਿ ਖੇਤਰੀ ਪਾਰਟੀਆਂ ਦੀ ਆਪਣੀ ਮਜਬੂਰੀ ਹੁੰਦੀ ਹੈ ਕਿ ਤਾਕਤ ਦਾ ਹਿੱਸੇਦਾਰ ਉਹਨਾਂ ਨੇ ਬਣਨਾ ਹੁੰਦਾ ਹੈ। ਤਾਕਤ ਤੋਂ ਬਾਹਰ ਲੰਬਾ ਸਮਾਂ ਉਹ ਰਹਿ ਨਹੀਂ ਸਕਦੇ। ਮੈਂ ਮਠਾੜੂ ਸਾਹਿਬ ਨਾਲ ਇਸ ਗੱਲ ਤੇ ਸਹਿਮਤ ਨਹੀਂ ਹੈਗਾ ਕਿ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਜਾਂ ਨਹੀਂ ਹੋ ਸਕਦਾ। ਮੇਰੀ ਸਮਝ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੂੰ ਕਿਹਾ ਜਾਂਦਾ ਹੈ, ਉਹਦਾ ਬੀਜੇਪੀ ਨਾਲ ਸਮਝੌਤਾ ਹੋ ਸਕਦਾ ਹੈ। ਢੀਂਡਸਾ ਸਾਹਿਬ ਕਿਤੇ ਨਹੀਂ ਖੜਨਗੇ ਰਾਹ ਦੇ ਵਿੱਚ ਜਦੋਂ ਉਹਨਾਂ ਨੂੰ ਸੈਂਟਰ ਵਾਲਿਆਂ ਨੂੰ ਲੱਗ ਗਿਆ ਪਤਾ ਕਿ ਅਸੀਂ
ਸੀਟਾਂ ਦੇਣੀਆਂ ਨੇ, ਕਿੰਨੀ ਕੁ ਤਾਕਤ ਦੀ ਵੰਡਾਈ ਕਰਨੀ ਹੈ, ਰੌਲਾ ਇੱਥੇ ਆਇਆ ਹੋਇਆ। ਇਹ ਦੋਨਾਂ ਹੀ ਸਿਆਸੀ ਦਲਾਂ ਦੀ ਮਜਬੂਰੀ ਹੈ ਕਿ ਉਹ ਸਮਝੌਤੇ ਵਿਚਾਰਧਾਰਾ ਚੋਂ ਨਹੀਂ ਨਿਕਲਦੇ, ਸਿਆਸਤ ਦੇ ਵਿੱਚ ਇਹ ਸਮਝੌਤੇ ਤਾਕਤ ਦੀ ਖੇਡ ਚੋਂ ਨਿਕਲਦੇ ਆ। ਦਰਸ਼ਕ ਜੀ, ਸਾਨੂੰ ਬਹੁਤ ਸਪਸ਼ਟ ਹੋਣਾ ਚਾਹੀਦਾ ਹੈ। ਇਹ ਬਿਆਨ ਹੀ ਹੁੰਦੇ ਆ ਸਿਰਫ ਵਿਚਾਰਧਾਰਾ ਦੇ, ਇਹ ਆਧਾਰ ਨਹੀਂ ਹੁੰਦਾ। ਇਹ ਸਿਆਸੀ ਖੇਡ ਹੁੰਦੀ ਹੈ ਔਰ ਸਿਆਸੀ ਲੀਡਰਾਂ ਨੇ ਦੇਖਣਾ ਹੁੰਦਾ ਹੈ ਕਿ ਤਾਕਤ ਸਾਨੂੰ ਕਿੱਥੋਂ ਮਿਲਦੀ ਹੈ ਔਰ ਕਿਸ ਢੰਗ ਨਾਲ ਮਿਲਦੀ ਹੈ, ਉਹ ਹੋ ਸਕਦੀ ਹੈ ਉਹਦੇ ਵਿੱਚ। ਸੋ ਮੇਰੀ ਕਹਿਣ ਤੋਂ ਮੁਰਾਦ ਸਿਰਫ ਇਹ ਜੋ ਗੱਲਾਂ ਮੈਂ ਕਹਿ ਰਿਹਾ ਹੋਇਆ ਕਿ ਜਿਸ ਤਰ੍ਹਾਂ ਪਹਿਲੀ ਗੱਲ ਮੈਂ ਮੁੜ ਦੁਹਰਾਉਣਾ ਚਾਹੁੰਦਾ ਕਿ ਇਦੋਂ ਵੱਡਾ ਉਲਾਂਭਾ ਕਿਸੇ ਲੀਡਰ ਨੂੰ ਨਹੀਂ ਹੋ ਸਕਦਾ ਕਿ ਜਦੋਂ ਉਹਦੀ ਲੀਡਰਸ਼ਿਪ ਸਥਾਪਿਤ ਕਰਨ ਵਾਸਤੇ ਕੋਈ ਹੋਰ ਪਾਰਟੀ ਉਹਦਾ ਨਿਸਤਾਰਾ ਕਰੇ ਜਾਂ ਉਹਦੇ ਵੱਲ ਨੂੰ ਇਸ਼ਾਰਾ ਕਰੇ। ਮੈਨੂੰ ਸਮਝਦਾ ਹੈ ਕਿ ਢੀਂਡਸਾ ਸਾਹਿਬ ਨੂੰ ਇਸ ਤੋਂ ਉਲਟ ਜਾ ਕੇ ਬਿਆਨ ਉਦੋਂ ਹੀ ਦੇਣਾ ਚਾਹੀਦਾ ਸੀ ਕਿ ਇਹਦਾ ਫੈਸਲਾ ਪੰਥ ਨੇ ਕਰਨਾ ਔਰ ਇਹਦਾ ਕਾਡਰ ਨੇ ਕਰਨਾ। ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਲੀਡਰਸ਼ਿਪ ਮੋਦੀ ਸਾਹਿਬ ਨੇ ਨਹੀਂ ਕਰਨਾ, ਇੱਥੋਂ ਦੇ ਲੋਕਾਂ ਨੇ ਕਰਨਾ। ਸੋ ਇਹੋ ਜਿਹੀਆਂ ਗੱਲਾਂ ਕੁਝ ਧਿਆਨ ਵਿੱਚ ਰੱਖਣ ਦੀ। ਜੀ ਠੀਕ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ ਇਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਹ ਪੰਥ ਨੇ ਫੈਸਲਾ ਕਰਨਾ ਹੈ, ਅਸਲ ਦੇ ਵਿੱਚ ਅਕਾਲੀ ਦਲ ਦਾ ਵਾਰਿਸ ਕੌਣ ਹੈ ਇਹ ਮੋਦੀ ਸਾਹਿਬ ਨੇ ਨਹੀਂ ਕਰਨਾ ਹੈ। ਤੇ ਇਸ ਸੰਬੰਧ ਵਿੱਚ ਢੀਂਡਸਾ ਸਾਹਿਬ ਨੂੰ ਵੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਸਿਆਸਤ ਕਰ ਰਹੀ ਹੈ। ਇਹ ਠੀਕ ਹੈ, ਅਕਾਲੀ ਦਲ ਐਨਡੀਏ ਤੋਂ ਵਾਂਝਾ ਵੀ ਨਹੀਂ ਰਹਿ ਸਕਦਾ, ਹਾਲ ਦੀ ਕੜੀ ਅਲੱਗ-ਅਲੱਗ ਪਾਰਟੀਆਂ ਦੇ ਆਪਣੇ ਆਪਣੇ ਸਟੈਂਡ ਨੇ, ਤੇ ਇਹਦੇ ਨਾਲ ਹਾਲੇ ਤੱਕ ਇਸ ਗੱਲ ਦਾ ਆਪਾਂ ਨਤਾਰਾ ਨਹੀਂ ਕਰ ਸਕੇ ਕਿ ਅਸਲ ਵਾਰਿਸ ਕੌਣ ਹੈ। ਤੇ ਇਹ ਵਾਰਿਸ ਮੋਦੀ ਸਾਹਿਬ ਨਹੀਂ, ਤੇ ਇਹ ਗੱਲ ਇਹੀ ਹੈ ਕਿ ਪੰਥ ਹੀ ਨਤਾਰਾ ਇਸ ਗੱਲ ਦਾ ਕਰੂਗਾ। ਡਾਕਟਰ ਕੇਰ ਸਿੰਘ ਬਰਾੜ ਸਾਹਿਬ, ਜਿਹੜੇ ਮਠਾਰੂ ਸਾਹਿਬ ਤੇ ਅਮਰਿੰਦਰ ਸਿੰਘ ਜੀ, ਤੁਸੀਂ ਇਸ ਮੌਕੇ ਦੇ ਉੱਤੇ ਆਪਣੇ ਆਪਣੇ ਵਿਚਾਰ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਚਰਚਾ ਸੁਣੀ। ਤੇ ਫਿਰ ਇੱਕ ਵਾਰੀ ਫਿਰ ਦੁਬਾਰਾ ਕਹਿ ਰਹੇ ਆ, ਇਸ ਚਰਚਾ ਨੂੰ ਅੱਗੇ ਵੀ ਲੈ ਕੇ ਜਾਓ ਤੇ ਇਸ ਗੱਲ ਦਾ ਨਿਤਾਰਾ ਤੁਸੀਂ ਵੀ ਕਰੋ ਕਿ ਅਕਾਲੀ ਦਲ ਦਾ ਜਿਹੜਾ ਹੈ ਅਸਲ ਵਾਰਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੌਣ ਹੈ। ਤੇ ਕੱਲ ਨੂੰ ਕਿਸੇ ਹੋਰ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਦੋਂ ਤੱਕ ਲਈ ਸਾਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚਰਚਾ।